ਗਿਆਨੀ ਜੈਲ ਸਿੰਘ ਹੋਰੀ ਮਹਿਸੂਸ ਕਰਦੇ ਸੀ ਕਿ ਜੋ ਕੁਝ ਉਦੋਂ ਘਟਨਾਕ੍ਰਮ ਹੋਇਆ 84 ਵਾਲਾ ਉਹ ਨਹੀਂ ਸੀ ਹੋਣਾ ਚਾਹੀਦਾ ਤੇ ਟਸਲ ਦਾ ਕਾਰਨ ਵੀ ਕੁਝ ਇਹੋ ਹੀ ਸੀਗਾ। ਜਦ ਇਹ ਦਰਬਾਰ ਸਾਹਿਬ ਗਏ ਨੇ ਅਟੈਕ ਦੇ ਬਾਅਦ ਰਾਸ਼ਟਰਪਤੀ, ਮੈਂ ਨਾਲ ਸੀ ਉਹਨਾਂ ਦੇ, ਕਹਿਣ ਲੱਗੇ ਗਲਤੀਆਂ ਹੋਰਾਂ ਦੀਆਂ ਅਦਾ ਮੈਨੂੰ ਕਰਨੀ ਪੈਣੀ। ਮੈਨੂੰ ਲੱਗਿਆ ਕਿ ਇਹ ਰਿਜ਼ਾਈਨ ਕਰ ਜਾਣਗੇ। ਰਿਜ਼ਾਈਨ ਕਰ ਜਾਂਦੇ ਤਾਂ ਉਹ ਪੰਜਾਬ ਤੇ ਰਾਜ ਕਰਦੇ ਮਰਨ ਤਾਈਂ। ਉਹਨਾਂ ਨੇ ਕਾਫੀ ਹੱਦ ਤਾਈਂ 1987 ਚ ਆ ਕੇ ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਰਾਜੀਵ ਗਾਂਧੀ ਨਾਲ। 4 ਸਾਲ ਚ ਅਖੀਰ ਚ ਆ ਕੇ ਪ੍ਰਧਾਨ ਮੰਤਰੀ ਦਾ ਤੇ ਰਾਸ਼ਟਰਪਤੀ ਦਾ ਟਕਰਾਅ ਹੋ ਜਾਏਗਾ ਆਪਸ ਤੇ ਇਹਨਾਂ ਨੇ ਮੇਰੀ ਪ੍ਰਮੋਸ਼ਨ ਰੋਕ ਲਈ ਕਿ ਇਹ ਜ਼ਿਆਦਾ ਐਡਵਾਈਜ਼ਰ ਬਣਦਾ ਸੀਗਾ ਰਾਸ਼ਟਰਪਤੀ ਦਾ, ਇਹਨੂੰ ਸਿੱਧਾ ਕਰਦੇ ਆ। ਅੱਜ ਇਹ ਦੌਰ ਆ ਗਿਆ ਕਿ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਦਿੱਲੀ ਸਾਡੇ ਨਾਲ ਇਦਾਂ ਕਰਦੀ ਹੈ। ਪਰ ਜੇ ਪਾਰਟੀਆਂ ਬਦਲਦੀਆਂ ਰਹੀਆਂ, ਪ੍ਰਧਾਨ ਮੰਤਰੀ ਬਦਲਦੇ ਰਹੇ ਤੇ ਫਿਰ ਧਾਰਨਾ ਇੱਕ ਕਿਉਂ ਰਹੀ ਕਿ ਆਪਾਂ ਜਿਹੜੀ ਖੇਤੀ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਨਹੀਂ। ਗਲਤੀ ਸੈਂਟਰ ਦੀ ਇਹ ਹੈ ਕਿ ਪੰਜਾਬ ਨੂੰ ਤਬਦੀਲੀ 'ਚ ਮਦਦ ਕਰਨ ਦੀ ਜਗ੍ਹਾ ਤੁਸੀਂ ਇੱਕਦਮ ਯਕਲਖਤ ਕਾਨੂੰਨ ਬਣਾ ਕੇ ਇਹ ਕਰੋ ਕਿ ਅਸੀਂ ਇਹ ਮਾਡਲ ਬਦਲ ਦੇਣਾ ਹੈ। ਇਹ ਸ਼ੱਕ ਜਿਹੜਾ ਕਿਸਾਨ ਦੇ ਦਿਮਾਗ 'ਚ ਪਿਆ ਹੈ, ਉਹਨੂੰ ਸ਼ੱਕ ਨੂੰ ਦੂਰ ਕਰਨ ਲਈ ਸੈਂਟਰ ਕੋਸ਼ਿਸ਼ ਨਹੀਂ ਕਰ ਰਿਹਾ। ਕਿ ਪੰਜਾਬ ਦੇ ਬਿਲਕੁਲ ਹੀ ਹੱਥ ਖੜੇ, ਇਹਦੇ ਪੱਲੇ ਕੁਝ ਵੀ ਨਹੀਂ। ਸਿਰਫ ਤੁਸੀਂ ਉਸੇ ਮਾਡਲ ਨੂੰ ਚੱਲੀ ਜਾਓ, ਉਸੇ ਤੇ ਰੋਣਾ ਰੋਈ ਜਾਓ, ਇਹ ਤਾਂ ਕੋਈ ਦੂਰ ਅੰਦੇਸ਼ੀ ਨਹੀਂ ਹੈ। ਦੇਖੋ, ਪੰਜਾਬ 'ਚ ਖੇਤਰੀ ਪਾਰਟੀ ਨਹੀਂ ਹੈ। ਆਮ ਆਦਮੀ ਪਾਰਟੀ ਦਾ ਰਿਮੋਟ ਕੰਟਰੋਲ ਕੇਜਰੀਵਾਲ ਕੋਲ ਹੈ ਦਿੱਲੀ, ਕਾਂਗਰਸ ਦਾ ਰਿਮੋਟ ਕੰਟਰੋਲ ਦਿੱਲੀ ਹੈ। ਜਿਹੜਾ ਇਸ ਵੇਲੇ ਅਕਾਲੀ ਦਲ ਹੈ ਉਹ ਬਾਦਲ ਦਲ ਹੈ, ਉਹ ਅਕਾਲੀ ਪਾਰਟੀ ਨਹੀਂ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਬਿਜ਼ਨਸ 'ਚ ਬੜਾ ਇੰਟਰਸਟ ਰੱਖਦੇ ਆ, ਹੋਟਲ ਖੋਲ੍ਹਣ 'ਚ, ਬੱਸਾਂ ਚਲਾਉਣ 'ਚ। ਬਿਜ਼ਨਸਮੈਨ ਇੱਕ ਕਿਵੇਂ ਆ ਸਕਦਾ ਚੀਫ ਮਿਨਿਸਟਰ ਜਾਂ ਡਿਪਟੀ ਚੀਫ ਮਿਨਿਸਟਰ? ਤੋ ਇਸ ਕਰਕੇ ਜਿਹੜੀ ਗੱਲਬਾਤ ਹੁਣ ਲੋਕਾਂ ਨਾਲ, ਮੈਂ ਕਹਿ ਰਿਹਾ ਇੱਕ ਮੰਚ ਬਣਾ ਕੇ ਲੋਕਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਕਹੀਏ ਜੇ ਤੁਹਾਨੂੰ ਇਹ ਗੱਲ ਪਸੰਦ ਹੈ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ, ਤੁਸੀਂ ਚਾਹੁੰਦੇ ਨਵੇਂ ਚਿਹਰੇ ਆਉਣ, ਫਿਰ ਹੱਥ ਖੜੇ ਕਰੋ। ਸਵਾਗਤ ਜੀ, ਹਾਜ਼ਰੀ ਇੱਕ ਵਾਰ ਆਪ ਸਭ ਦੇ ਨਾਲ ਪ੍ਰੋਗਰਾਮ ਪ੍ਰਾਈਮ ਸਪੈਸ਼ਲ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਂਦਾ ਰਹਿਣਾ ਵੱਖ-ਵੱਖ ਸ਼ਖਸੀਅਤਾਂ ਦੇ ਨਾਲ। ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ, ਉਹਨਾਂ ਨੂੰ ਲੰਮਾ ਚੌੜਾ ਤਜਰਬਾ ਹੈ ਵਿਦੇਸ਼ਾਂ ਦੇ ਵਿੱਚ ਸਰਕਾਰਾਂ ਦੀਆਂ ਪਾਲਿਸੀਆਂ ਕੀ ਹੁੰਦੀਆਂ ਨੇ, ਕਿਉਂਕਿ ਉਹ ਸਫੀਰ ਰਹੇ ਨੇ, ਇਸ ਤੋਂ ਇਲਾਵਾ ਵਿਦੇਸ਼ ਸੈਕਟਰੀ ਰਹੇ ਨੇ। ਗਿਆਨੀ ਜੈਲ ਸਿੰਘ ਹੋਰਾਂ ਦੇ ਨਾਲ ਰਾਸ਼ਟਰਪਤੀ ਭਵਨ ਦੇ ਵਿੱਚ 4 ਸਾਲ ਗੁਜ਼ਾਰੇ ਨੇ। ਉਹ ਵੀ ਇੱਕ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਪੋਲੀਟੀਕਲ ਗੱਲਾਂ ਉਹਨਾਂ ਦੇ ਧਿਆਨ 'ਚ ਨੇ। ਇਸ ਤੋਂ ਇਲਾਵਾ ਅੱਜ ਕੱਲ੍ਹ ਕਾਲਮ ਨਵੀਸ ਵੀ ਨੇ, ਵੱਖ-ਵੱਖ ਥਾਵਾਂ 'ਤੇ ਉਹ ਲਿਖਦੇ ਰਹਿੰਦੇ ਨੇ। ਇਸ ਤੋਂ ਇਲਾਵਾ ਇਸ ਵਕਤ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਨਾਲ ਰਿਲੇਟਡ ਇੱਕ ਸਾਂਝੇ ਮੰਚ ਨੂੰ ਬਣਾਉਣ ਦੇ ਵਿੱਚ ਰੁੱਝੇ ਹੋਏ ਨੇ। ਸਰਦਾਰ KC ਸਿੰਘ ਇਸ ਵਕਤ ਮੇਰੇ ਨਾਲ ਨੇ, ਆਪਾਂ ਨਾਲ ਗੱਲ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਸਰ ਤੁਹਾਡਾ ਜੀ ਪ੍ਰਾਈਮ ਏਸ਼ੀਆ TV ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਖੁਸ਼ੀ ਹੈ। ਬੜਾ ਕੁਝ ਸੁਣਿਆ ਸੀ ਤੁਹਾਡੀ ਚੈਨਲ ਦੇ ਬਾਰੇ, ਅੱਜ ਮੌਕਾ ਮਿਲਿਆ, ਬਹੁਤ ਖੁਸ਼ੀ ਹੈ। ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਜੀ। ਤੇ ਸਰਦਾਰ KC ਸਿੰਘ ਜੀ, ਮੈਂ ਵੈਸੇ ਤਾਂ ਜਿੰਨਾ ਕੁ ਮੈਨੂੰ ਪਤਾ ਸੀ ਮੈਂ ਦੱਸ ਚੁੱਕਾ ਹਾਂ, ਪਰ ਕਾਰਨ ਇਹ ਆ ਕਿ ਜਦੋਂ ਆਪਾਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਨਾ ਜੀ, ਇੱਥੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਵਾਂ ਲਹੂ ਹੈ ਪੰਜਾਬੀਆਂ ਦਾ, ਉਹ ਇੱਥੇ ਆ ਗਿਆ। ਤੇ ਉਸ ਕਾਹਲੀ ਜਾਂ ਉਸ ਭੱਜ ਦੌੜ ਦੇ ਵਿੱਚ ਕਈ ਵਾਰ ਪੁਰਾਣੀਆਂ ਗੱਲਾਂ ਜਾਂ ਪੁਰਾਣੇ ਬੰਦੇ ਜਿਹੜੇ ਨੇ ਉਹ ਵਿਸਰ ਜਾਂਦੇ ਨੇ। ਸੋ ਹੈ ਤਾਂ ਚਲੋ ਗੁਸਤਾਖੀ, ਪਰ ਫਿਰ ਵੀ ਮੈਂ ਬੇਨਤੀ ਕਰਾਂਗਾ ਕਿ ਥੋੜ੍ਹਾ ਜਿਹਾ ਜੇ ਤੁਸੀਂ ਬਰੀਫ ਬਾਇਓਡਾਟਾ ਆਪਣਾ ਸਾਡੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝਾ ਕਰ ਸਕੋ ਤੇ ਬੜਾ ਧੰਨਵਾਦ ਜੀ। ਦੇਖੋ, ਮੈਂ ਪੈਦਾ ਬਠਿੰਡੇ 'ਚ ਹੋਇਆ, ਉਦੋਂ ਬਠਿੰਡਾ ਪਟਿਆਲਾ ਸਟੇਟ ਸੀ 1947 ਦੇ ਬਾਅਦ, ਔਰ ਮੇਰੇ ਫਾਦਰ ਇਨਕਮ ਟੈਕਸ ਆਫਿਸਰ ਸੀਗੇ, ਪਟਿਆਲਾ ਰੈਵਨਿਊ ਸਰਵਿਸ ਸੀਗੇ। ਸੋ ਅਸੀਂ ਪੁਰਾਣੇ ਪਟਿਆਲੇ 'ਚ ਬਿਲੋਂਗ ਕਰਦੇ ਹਾਂ। ਪਿੰਡ ਸਾਡਾ ਹੁਣ ਸੰਗਰੂਰ 'ਚ ਹੈ, ਪਰ ਉਦੋਂ ਪਟਿਆਲਾ ਸਟੇਟ 'ਚ ਹੁੰਦਾ ਸੀ। ਸੋ ਦਾਦਾ ਜੀ ਮੇਰੇ ਭੁਪਿੰਦਰ ਸਿੰਘ ਨਾਲ ਸਾਲ ਬਾਅਦ ਡਿਊਟੀ ਹੁੰਦੇ ਸੀਗੇ, ਕੰਪਟਰੋਲਰ ਹਾਊਸ ਹੋਲਡ, ਤੇ ਉਹ ਪਟਿਆਲੇ 'ਚ ਵੀ ਹਵੇਲੀ ਸੀ, ਪਰ ਮੈਂ ਪਟਿਆਲੇ 'ਚ ਨਹੀਂ ਰਿਹਾ ਕਿਉਂਕਿ ਫਾਦਰ ਸਰਵਿਸ 'ਚ ਰਹੇ, ਫਿਰ ਚੰਡੀਗੜ੍ਹ ਆ ਗਏ। ਸੋ ਪੜ੍ਹਿਆ ਮੈਂ ਤਕਰੀਬਨ ਸਕੂਲ ਜ਼ਿਆਦਾ, ਕਾਲਜ, ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਤੋ ਚੰਡੀਗੜ੍ਹ ਦੇ ਬਾਅਦ ਫਿਰ ਪਹਿਲਾ ਇਮਤਿਹਾਨ ਲਿਆ ਮੈਂ ਇੰਡੀਅਨ ਪੁਲਿਸ ਸਰਵਿਸ 'ਚ 2 ਸਾਲ, ਉਹ ਟ੍ਰੇਨਿੰਗ ਹੀ ਸੀਗੀ। ਉਹਦੇ ਬਾਅਦ ਫਿਰ ਫੋਰਨ ਸਰਵਿਸ, ਜਿਹੜਾ ਕਿ ਉਸ ਵੇਲੇ 1974 'ਚ ਫੋਰਨ ਸਰਵਿਸ ਜਾਣਾ ਬਹੁਤ ਔਖਾ ਹੁੰਦਾ ਸੀ, ਵੈਕੈਂਸੀਆਂ ਘੱਟ ਹੁੰਦੀਆਂ ਸੀ। ਉੱਪਰਲੇ 15-20 ਬੰਦੇ ਜਿਹੜੇ ਕਾਮਨ ਐਗਜ਼ਾਮ ਦੇ, ਤੁਸੀਂ IAS ਵੀ ਜਾ ਸਕਦੇ ਸੀ ਜਾਂ ਫੋਰਨ ਸਰਵਿਸ 'ਚ। ਤੋ ਇਸ ਲਈ ਹਿੰਦੁਸਤਾਨ 'ਚ ਉੱਪਰਲੇ 15-20-25 'ਚ ਤੁਹਾਨੂੰ ਆਉਣਾ ਪੈਂਦਾ ਸੀ ਫੋਰਨ ਸਰਵਿਸ ਜਾਣ ਲਈ। ਤੇ ਉਹ ਫਿਰ ਫੋਰਨ ਸਰਵਿਸ ਜੁਆਇਨ ਕੀਤੀ।
1974 'ਚ। ਲੇਕਿਨ ਮੈਂ ਘੁੰਮ ਫੇਰ ਕੇ ਪੰਜਾਬ ਨਾਲ ਜੁੜਿਆ ਰਿਹਾ ਕਿਉਂਕਿ ਚੰਡੀਗੜ੍ਹ 'ਚ ਹਲੇ ਵੀ ਮੇਰਾ ਮਕਾਨ ਹੈ। 1978 'ਚ ਜਦ ਮੈਂ ਈਜਿਪਟ ਤੋਂ ਮਿਸਰ ਤੋਂ ਪਹਿਲੀ ਪੋਸਟਿੰਗ ਦੇ ਬਾਅਦ ਵਾਪਸ ਆਇਆ, ਵਾਜਪਾਈ ਸਾਹਿਬ ਫੋਰਨ ਮਿਨਿਸਟਰ ਸੀ, ਐਮਰਜੈਂਸੀ ਲੱਗ ਕੇ ਖਤਮ ਹੋ ਕੇ ਹੋਣ ਦੇ ਬਾਅਦ ਜਨਤਾ ਦਲ ਦੀ ਸਰਕਾਰ ਬਣੀ ਸੀ। ਤੇ ਵਾਜਪਾਈ ਸਾਹਿਬ ਦਾ ਇਹ ਵਿਚਾਰ ਸੀ ਕਿ ਦੇਖੋ ਲੋਕ ਇਹ ਨਹੀਂ ਸੋਚਣਗੇ ਕਿ ਵਾਜਪਾਈ ਨੇ ਪਾਕਿਸਤਾਨ ਨਾਲ ਕੀ ਕੀਤਾ, ਚੀਨ ਨਾਲ ਕੀ ਕੀਤਾ। ਜੇ ਉਹਨਾਂ ਨੂੰ ਪਾਸਪੋਰਟ ਨਹੀਂ ਮਿਲਦਾ ਜਾਂ ਪਾਸਪੋਰਟ ਲੈਣ 'ਚ ਦਿੱਕਤ ਆਉਂਦੀ ਹੈ ਤਾਂ ਉਹ ਕਹਿਣਗੇ ਮਿਨਿਸਟਰ ਫੇਲ ਹੈ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੰਜ ਕਰੋ, ਨੌਜਵਾਨ ਅਫਸਰ ਜਿਹੜੇ ਡਾਇਰੈਕਟ ਰਿਕਰੂਟ ਨੇ ਫੋਰਨ ਸਰਵਿਸ ਦੇ, ਇਹਨਾਂ ਨੂੰ ਪਾਸਪੋਰਟ ਆਫਿਸ ਦਿਓ। ਉਹ ਕੋਈ ਜਾਵੇ ਨਾ, ਕਿਉਂਕਿ ਨੌਜਵਾਨ ਅਫਸਰ ਸਾਰੇ ਕਹਿੰਦੇ ਅਸੀਂ ਤਾਂ ਫੋਰਨ ਸਰਵਿਸ ਜੁਆਇਨ ਕੀਤੀ ਹੈ ਵਿਦੇਸ਼ ਨੀਤੀ ਬਣਾਉਣ ਨੂੰ, ਅਸੀਂ ਪਾਸਪੋਰਟ ਬਣਾਉਣ ਲਈ ਥੋੜ੍ਹੀ ਕੀਤੀ ਹੈ। ਅੱਛਾ, ਮੈਂ ਪੁੱਛ ਬੈਠਾ ਅੰਡਰ ਸੈਕਟਰੀ ਜਿਹੜੇ ਇੰਚਾਰਜ ਸੀ, ਕਿਉਂਕਿ ਉਹਨਾਂ ਦਿਨਾਂ 'ਚ ਚੰਡੀਗੜ੍ਹ ਦਾ ਰੀਜਨਲ ਪਾਸਪੋਰਟ ਆਫਿਸ ਜਿਹੜਾ ਹੁੰਦਾ ਸੀ ਉਹ ਸਾਰਾ ਪੰਜਾਬ, ਸਾਰਾ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਨੂੰ ਕਵਰ ਕਰਦੇ ਸੀ ਚੰਡੀਗੜ੍ਹ 'ਚੋਂ। ਕਿਉਂਕਿ ਮੈਂ ਚੰਡੀਗੜ੍ਹ 'ਚ ਰਿਹਾ ਸੀ, ਕੋਠੀ ਸੀ, ਮੇਰੇ ਪੇਰੈਂਟਸ ਸੀਗੇ, ਤੇ ਮੈਂ ਕਿਹਾ ਉਹ ਪੋਸਟ ਖਾਲੀ ਆ। ਉਹ ਬੜੇ ਖੁਸ਼ ਹੋਏ, ਉਹਨਾਂ ਨੂੰ ਕੋਈ ਬੰਦਾ ਨਹੀਂ ਸੀ ਲੱਭਦਾ ਕਿਉਂਕਿ ਮੰਤਰੀ ਜੀ ਉਹਨਾਂ ਤੇ ਵਾਜਪਾਈ ਸਾਹਿਬ ਪ੍ਰੈਸ਼ਰ ਪਾਏ ਹੋਏ ਸੀ। ਤਾਂ ਮੈਂ 78 ਤੋਂ 80 ਫਿਰ ਚੰਡੀਗੜ੍ਹ ਰਿਹਾ ਔਰ 79 ਦੇ ਵਿੱਚ ਜਲੰਧਰ ਦਾ ਦਫ਼ਤਰ, ਜਿੱਥੇ ਅੱਜ ਮੈਂ ਬੈਠਾ ਹਾਂ, ਜਲੰਧਰ ਦਾ ਦਫ਼ਤਰ ਖੋਲ੍ਹਿਆ ਕਿਉਂਕਿ ਆਈਕੇ ਗੁਜਰਾਲ ਇੱਥੋਂ MP ਸੀਗੇ, ਮੰਤਰੀ ਤਾਂ ਸੀ ਨਹੀਂ ਹਲੇ। ਉਹ ਬੜਾ ਜ਼ੋਰ ਪਾ ਰਹੇ ਸੀ ਕਿ ਮਾਝੇ ਲਈ ਔਰ ਦੁਆਬੇ ਲਈ ਜਲੰਧਰ ਦਫ਼ਤਰ ਖੋਲ੍ਹੋ, ਨਹੀਂ ਬੰਦਿਆਂ ਨੂੰ ਚੰਡੀਗੜ੍ਹ ਜਾਣਾ ਪੈਂਦਾ। ਸੋ ਉਹ ਫਿਰ ਇਹ ਦਫ਼ਤਰ ਦੀ ਸ਼ੁਰੂਆਤ ਉਸ ਵੇਲੇ ਤੋਂ ਹੋਈ। ਪ੍ਰਕਾਸ਼ ਸਿੰਘ ਬਾਦਲ ਉਦੋਂ ਚੀਫ ਮਿਨਿਸਟਰ ਸੀ, MS ਗਿੱਲ ਜਿਹੜੇ ਬਾਅਦ 'ਚ ਚੀਫ ਇਲੈਕਸ਼ਨ ਕਮਿਸ਼ਨਰ ਮੰਤਰੀ ਰਹੇ, ਉਹ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ। ਤਾਂ ਉਹਨਾਂ ਦੀ ਮਦਦ ਲੈ ਕੇ ਇੱਥੇ ਬਿਲਡਿੰਗ ਲੱਭ ਲੁੱਭ ਕੇ ਜਲੰਧਰ ਦਾ ਦਫ਼ਤਰ ਉਸ ਵੇਲੇ ਖੋਲ੍ਹਿਆ। ਦੂਜੀ ਵਾਰ ਜਦ ਮੈਂ ਫਿਰ ਇੱਕ ਤਰ੍ਹਾਂ ਨਾਲ ਡੋਮੈਸਟਿਕ ਪੋਲੀਟਿਕਸ ਜਾਂ ਪੰਜਾਬ ਨਾਲ ਜੁੜਿਆ, ਉਹ ਰਾਸ਼ਟਰਪਤੀ ਭਵਨ ਨੇ ਮੈਨੂੰ ਮੰਗ ਲਿਆ ਕਿ ਜੀ ਸਾਨੂੰ ਵਿਦੇਸ਼ ਮੰਤਰਾਲਿਆ ਤੋਂ ਅਫਸਰ ਚਾਹੀਦਾ ਜਿਹੜਾ ਪ੍ਰੈਜ਼ੀਡੈਂਟ ਦੇ ਨਾਲ ਰਹੇ, ਇੰਟਰਪ੍ਰੈਟ ਕਰੇ, ਉਹਨਾਂ ਨੂੰ ਬਰੀਫ ਕਰ ਸਕੇ, ਕਿਉਂਕਿ ਕਾਫੀ ਵਿਦੇਸ਼ੀ ਆਉਂਦੇ ਹੈ ਪ੍ਰੈਜ਼ੀਡੈਂਟ ਨੂੰ ਮਿਲਦੇ ਨੇ। ਤੇ ਉਹ ਫਿਰ 4 ਸਾਲ ਇਹ ਨਹੀਂ ਸੀ ਸੋਚਿਆ ਕਿ 4 ਸਾਲ 'ਚ ਅਖੀਰ 'ਚ ਆ ਕੇ ਪ੍ਰਧਾਨ ਮੰਤਰੀ ਦਾ ਤੇ ਰਾਸ਼ਟਰਪਤੀ ਦਾ ਟਕਰਾਅ ਹੋ ਜਾਏਗਾ ਆਪਸ 'ਚ। ਪਰ ਉਹ ਇੱਕ ਤਰ੍ਹਾਂ ਨਾਲ ਜੋ ਉਸ ਤੋਂ ਸਿੱਖਿਆ, ਉਸ ਟਕਰਾਅ ਤੋਂ, ਉਹ ਅੱਜ ਵੀ ਕੰਮ ਆਉਂਦਾ ਹੈ। ਜਿਸ ਤਰੀਕੇ ਨਾਲ ਮੈਂ ਮਾਫੀ ਚਾਹੁੰਦਾ ਇਸ ਦਾ KC ਸਿੰਘ ਜੀ, ਉਦੋਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀ। ਬਿਲਕੁਲ ਠੀਕ ਜੀ। ਔਰ ਰਾਜੀਵ ਗਾਂਧੀ ਦੇ ਬਣਨ ਦੇ ਬਾਅਦ ਉਹਨਾਂ ਨੇ ਰਾਸ਼ਟਰਪਤੀ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸਲਾਹ ਦੇਣੀ ਬੰਦ ਕਰਤੀ, ਮਿਲਣਾ ਘੱਟ ਕਰਤਾ, ਵਿਦੇਸ਼ ਜਾਣਾ ਰਾਸ਼ਟਰਪਤੀ ਦਾ ਬੰਦ ਕਰਤਾ। ਸੋ ਗਿਆਨੀ ਜੀ ਇੰਤਜ਼ਾਰ ਕਰਦੇ ਰਹੇ ਅਖੀਰ ਤਾਈਂ। ਗੁੱਸਾ ਤਾਂ ਉਹਨਾਂ ਸੀ ਪੁਰਾਣਾ, ਲੇਕਿਨ ਉਹ ਉਹਨਾਂ ਨੇ ਆ ਕੇ ਫਿਰ 1987 'ਚ ਜਦ ਬੋਫਰਜ਼ ਆ ਗਈ, ਹੋਰ ਚੀਜ਼ਾਂ ਆ ਗਈਆਂ, ਹਰਿਆਣੇ ਦੀ ਇਲੈਕਸ਼ਨ ਕਾਂਗਰਸ ਹਾਰ ਗਈ, ਉਹ ਕਿਸ ਤਰੀਕੇ ਨਾਲ ਫਿਰ ਇਹਨਾਂ ਨੇ ਬਿੱਲ ਰੋਕ ਲਿਆ, ਪੋਸਟਲ ਬਿੱਲ, ਤੇ ਪ੍ਰਾਈਮ ਮਿਨਿਸਟਰ ਨੂੰ ਬਿਲਕੁਲ ਐਨ ਪੱਧਰ ਤੇ ਲਿਆਂਦਾ ਇਹਨਾਂ ਨੇ ਖਤਮ ਕਰਨ ਤੋਂ ਪਹਿਲਾਂ। ਹੁਣ ਉਹਦੇ 'ਚ ਗੁੱਸਾ ਫਿਰ ਮੇਰੇ ਤੇ ਨਿਕਲਿਆ ਕਿਉਂਕਿ ਮੈਂ ਟਰਕੀ ਚਲਾ ਗਿਆ ਖਤਮ ਕਰਕੇ, ਤੇ ਇਹਨਾਂ ਨੇ ਮੇਰੀ ਪ੍ਰਮੋਸ਼ਨ ਰੋਕ ਲਈ ਕਿ ਇਹ ਜ਼ਿਆਦਾ ਐਡਵਾਈਜ਼ਰ ਬਣਦਾ ਸੀਗਾ ਰਾਸ਼ਟਰਪਤੀ ਦਾ, ਇਹਨੂੰ ਸਿੱਧਾ ਕਰਦੇ ਆ। ਤੇ ਮੈਂ ਉੱਥੋਂ ਫਿਰ ਚਿੱਠੀ ਲਿਖ ਕੇ ਕਰਤੀ, ਕਿਉਂਕਿ ਅਸੀਂ ਵਿਦੇਸ਼ ਮੰਤਰਾਲਿਆ 'ਚ ਜਦ ਤੁਸੀਂ ਬਾਹਰ ਹੁੰਦੇ ਹੋ ਰਿਜ਼ਾਈਨ ਨਹੀਂ ਕਰ ਸਕਦੇ, ਕਿਉਂਕਿ ਨਹੀਂ ਤਾਂ ਬੰਦੇ ਛੱਡ ਕੇ ਕਈ ਗ੍ਰੀਨ ਕਾਰਡ ਲੈ ਲੈਂਦੇ ਸੀ, ਕਈ ਕੈਨੇਡਾ 'ਚ ਰਹਿ ਗਏ, ਕਿਤੇ ਰਹਿ ਗਿਆ। ਉਹਨਾਂ ਨੇ ਕਿਹਾ ਜਿਹੜਾ ਬਾਹਰ ਅੰਬੈਸੀ 'ਚ ਹੋਏਗਾ ਉਹ ਰਿਜ਼ਾਈਨ ਕਰਨ ਲਈ ਉਹਨੂੰ ਹਿੰਦੁਸਤਾਨ ਆਉਣਾ ਪਏਗਾ ਵਾਪਸ। ਤਾਂ ਫਿਰ ਮੈਂ ਲਿਖ ਕੇ ਦੇਤਾ, ਮੈਂ ਕਿਹਾ ਮੇਰੀ ਪੋਸਟਿੰਗ ਵਾਪਸ ਕਰੋ, ਮੈਂ ਰਿਜ਼ਾਈਨ ਕਰਨਾ ਹੈ। ਉਹ ਜਦ ਮਿਨਿਸਟਰੀ 'ਚ ਗਿਆ, ਉਹ ਨੈਚੁਰਲੀ ਉਹਨਾਂ ਨੇ ਕਿਹਾ ਕਿ ਇਹ ਤਾਂ ਹੁਣ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਨੂੰ ਭੇਜਾ, ਉਹਨਾਂ ਨੇ ਭੇਜਤਾ ਉਹਨਾਂ ਨੂੰ। ਤਾਂ ਉਹ ਅਗਲੇ 3-4 ਮਹੀਨੇ 'ਚ ਮੇਰੀ ਪੋਸਟਿੰਗ ਆ ਗਈ ਵਾਪਸ ਦੀ, ਲੇਕਿਨ ਮੇਰੇ ਵਾਪਸ ਆਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਹੀ ਮੇਰੀ ਪ੍ਰਮੋਸ਼ਨ ਕਰਤੀ ਫਿਰ ਦੁਬਾਰਾ। ਤਾਂ ਮੈਂ ਫੋਰਨ ਸੈਕਟਰੀ ਕੋਲ ਗਿਆ, ਜਦ ਮਿਲ ਗਿਆ, ਵਾਪਸ ਆ ਗਿਆ ਹਿੰਦੁਸਤਾਨ। SK ਸਿੰਘ ਹੁੰਦੇ ਸੀਗੇ, ਉਹ ਬਾਅਦ 'ਚ ਗਵਰਨਰ ਰਹੇ, ਤੇ ਕਹਿੰਦੇ ਕਿਉਂ ਗੁਰੂ, ਕਿਆ ਸਲਾਹ ਹੈ ਤੇਰੀ? ਮੈਂ ਕਿਹਾ ਜੀ ਮੇਰੀ ਤਾਂ ਕੋਈ ਸਲਾਹ ਨਹੀਂ, ਮੈਂ ਤਾਂ ਪੰਜਾਬ ਦਾ ਜੱਟ ਬੰਦਾ ਹਾਂ, ਮੇਰੇ ਨਾਲ ਪ੍ਰਧਾਨ ਮੰਤਰੀ ਧੱਕਾ ਕਰੂਗਾ ਤਾਂ ਮੈਂ ਲੜੂੰਗਾ। ਹੁਣ ਆਪੇ ਉਹ ਵਾਪਸ ਹੋ ਗਏ ਤਾਂ ਮੇਰੀ ਤਾਂ ਕੋਈ ਲੜਾਈ ਹੈ ਨਹੀਂ ਉਹਨਾਂ ਨਾਲ, ਉਹਨੇ ਹੀ ਲੜਾਈ ਮੁੱਲ ਲਈ ਸੀ। ਸੋ ਕਹਿੰਦਾ ਯਾਰ ਕੰਮ ਕੀਏ ਜਾਓ, ਸਿਰ ਦਬਾਓ, ਕੰਮ ਕੀਏ ਜਾਓ। ਸਲਾਹ ਉਹਨਾਂ ਨੇ ਠੀਕ ਦਿੱਤੀ। ਤੇ ਉਹਦੇ ਬਾਅਦ ਫਿਰ ਰਾਜੀਵ ਗਾਂਧੀ ਦੀ ਨਾ ਉਹਨਾਂ ਦੀ ਸਰਕਾਰ ਰਹੀ, ਔਰ ਤੁਸੀਂ ਦੇਖਿਆ ਕਿ ਫੈਮਿਲੀ ਵੀ ਫਿਰ ਵਾਪਸ 'ਚ ਪੋਲੀਟਿਕਸ ਆਪਣੇ ਆਪ ਤਾਂ ਆ ਨਹੀਂ ਸਕੇ, ਕਿਸੇ ਹੋਰ ਨੂੰ ਬਣਾ ਸਕੇ। ਔਰ ਫਿਰ ਉਹਦੇ ਬਾਅਦ ਇਤਿਹਾਸ ਹੀ ਹਿੰਦੁਸਤਾਨ ਦਾ ਬਿਲਕੁਲ ਬਦਲ ਗਿਆ, ਵੱਡੀਆਂ ਵੱਡੀਆਂ ਨੌਕਰੀਆਂ ਮਿਲ ਸਕੀਆਂ, ਜਦਕਿ ਹੋ ਸਕਦਾ ਹੈ ਜੇ ਰਾਜੀਵ ਗਾਂਧੀ ਰਹਿੰਦੇ ਮੈਨੂੰ ਨੌਕਰੀਆਂ ਨਾ ਮਿਲਦੀਆਂ ਹੋਈਆਂ ਜੀ। ਅੱਛਾ, ਇੱਕ ਚੀਜ਼ ਦੱਸਿਓ, ਹੋ ਸਕਦਾ ਸਵਾਲ ਪਤਾ ਨਹੀਂ ਮੈਂ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ, ਪਰ ਜੇ ਉਹ ਇਤਿਹਾਸ ਉੱਥੋਂ ਉਸ ਸਮੇਂ ਦਾ ਛੋਇਆ ਗਿਆ ਤੇ ਤੁਸੀਂ ਉਦੋਂ ਵਿੱਚ ਰਹੇ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਈਆਂ ਹੋਣਗੀਆਂ। ਗਿਆਨੀ ਜੈਲ ਸਿੰਘ ਹੁਰੀ ਮਹਿਸੂਸ ਕਰਦੇ ਸੀ ਕਿ ਜੋ ਕੁਛ ਉਦੋਂ ਘਟਨਾਕ੍ਰਮ ਹੋਇਆ 84 ਵਾਲਾ, ਉਹ ਨਹੀਂ ਸੀ ਹੋਣਾ ਚਾਹੀਦਾ, ਤੇ ਟਸਲ ਦਾ ਕਾਰਨ ਵੀ ਕੁਛ ਇਹੋ ਹੀ ਸੀਗਾ? ਦੇਖੋ, ਜਦ 84 ਵਾਲਾ ਹੋਇਆ ਉਦੋਂ ਮੈਂ ਹਲੇ
ਉਹਨਾਂ ਦੇ ਇੰਨੇ ਨੇੜੇ ਨਹੀਂ ਸੀ, ਕਿਉਂਕਿ ਜੁਆਇੰਟ ਸੈਕਟਰੀ ਬਿੰਦਰਾ ਸਾਹਿਬ ਹੁੰਦੇ ਸੀ, ਮੈਂ ਡੈਪ ਸੈਕਟਰੀ ਸੀ। 1985 ਬਾਅਦ ਜਦ ਬਿੰਦਰਾ ਸਾਹਿਬ ਚਲੇ ਗਏ, ਫਿਰ ਉਹਨਾਂ ਦੀ ਜਗ੍ਹਾ ਮੈਂ ਲੈ ਲਈ। ਲੇਕਿਨ ਜਦ ਇਹ ਦਰਬਾਰ ਸਾਹਿਬ ਗਏ ਨੇ ਅਟੈਕ ਦੇ ਬਾਅਦ ਰਾਸ਼ਟਰਪਤੀ, ਮੈਂ ਨਾਲ ਸੀ ਉਹਨਾਂ ਦੇ। ਮੈਨੂੰ ਲੱਗਿਆ ਕਿ ਇਹ ਜਦ ਵਾਪਸ ਆ ਕੇ ਗੱਡੀ 'ਚੋਂ ਨਿਕਲੇ ਉੱਪਰ ਜਾਣ ਤੋਂ ਪਹਿਲਾਂ ਬਿਲਕੁਲ ਉਦਾਸਹੀਨ ਸੀ ਉਹਨਾਂ ਦਾ ਚਿਹਰਾ। ਕਹਿਣ ਲੱਗੇ ਗਲਤੀਆਂ ਹੋਰਾਂ ਦੀਆਂ ਅਦਾ ਮੈਨੂੰ ਕਰਨੀ ਪੈਣੀ। ਮੈਨੂੰ ਲੱਗਿਆ ਕਿ ਇਹ ਰਿਜ਼ਾਈਨ ਕਰ ਜਾਣਗੇ। ਲੇਕਿਨ ਬਾਅਦ 'ਚ ਜਦ ਉਹਨਾਂ ਨਾਲ ਗੱਲ ਹੁੰਦੀ ਰਹੀ, ਉਹ ਦੋ ਰਾਏ ਉਹਨਾਂ ਨੂੰ ਦਿੱਤੀ ਗਈ। ਇੱਕ ਰਾਏ ਤਾਂ ਸੀਗੀ ਹਾਂ ਤੁਸੀਂ ਰਿਜ਼ਾਈਨ ਕਰ ਜਾਂਦੇ ਤਾਂ ਉਹ ਪੰਜਾਬ ਤੇ ਰਾਜ ਕਰਦੇ ਮਰਨ ਤਾਈਂ। ਉਹ ਬੁਲਾਰੇ ਸੀਗੇ। ਜੇ ਕੈਪਟਨ ਅਮਰਿੰਦਰ ਸਿੰਘ ਪਾਰਲੀਮੈਂਟ ਦੀ ਸੀਟ ਛੱਡ ਕੇ 2 ਵਾਰ ਚੀਫ ਮਿਨਿਸਟਰ ਬਣ ਗਏ ਤਾਂ ਰਾਸ਼ਟਰਪਤੀ ਛੱਡ ਕੇ ਆਉਂਦੇ ਤਾਂ ਗਿਆਨੀ ਜੀ ਨੂੰ ਕੌਣ ਰੋਕ ਸਕਦਾ ਸੀ। ਲੇਕਿਨ ਉਹਨਾਂ ਨੇ ਇਹ ਮਹਿਸੂਸ ਕੀਤਾ, ਕਿਉਂਕਿ ਫੌਜ ਦੇ ਵਿੱਚ ਰੌਲਾ ਪੈ ਗਿਆ ਸੀ, ਸਿੱਖ ਫੌਜ ਦੇ ਵਿੱਚ ਅਪਰਾਈਜ਼ਿੰਗ ਇੱਕ ਤਰ੍ਹਾਂ ਨਾਲ ਹੋ ਗਈ ਸੀ। ਉਹਨਾਂ ਨੇ ਕਿਹਾ ਜੇ ਮੈਂ ਰਿਜ਼ਾਈਨ ਕਰ ਗਿਆ ਫਿਰ ਸਿੱਖ ਸਾਰੇ ਟਾਈਮ ਲਈ ਆਉਣ ਲਈ ਹੋ ਸਕਦਾ ਫੌਜ 'ਚ ਵੀ ਗੱਲ ਹੋਰ ਵੱਧ ਜਾਏ, ਜਾਂ ਸਿੱਖ ਫਿਰ ਆਉਣ ਲਈ ਹਮੇਸ਼ਾ ਲਈ ਟੁੱਟ ਜਾਣਗੇ ਸੈਂਟਰ ਤੋਂ। ਉਹਨਾਂ ਨੇ ਆਪਣੇ ਆਪ ਤੇ ਲੈ ਲਿਆ। ਲੋਕ ਨਾਰਾਜ਼ ਹੋਏ, ਪੰਜਾਬ ਦੇ ਲੋਕ ਉਹਨਾਂ ਨਾਲ ਨਾਰਾਜ਼ ਰਹੇ। ਉਹਨਾਂ ਨੇ ਕਾਫੀ ਹੱਦ ਤਾਈਂ 1987 'ਚ ਆ ਕੇ ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਰਾਜੀਵ ਗਾਂਧੀ ਨਾਲ। ਲੇਕਿਨ ਉਹ ਉਹਨਾਂ ਤੇ ਲੱਗਿਆ ਰਿਹਾ ਇਸ ਚੀਜ਼ ਦਾ ਕਿ ਇਹਨਾਂ ਦੇ ਰਾਸ਼ਟਰਪਤੀ ਹੁੰਦਿਆਂ ਇਹ ਗੱਲ ਕਿਉਂ ਹੋਈ। ਪਰ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ। ਹੁਣ ਉਹ ਰਾਸ਼ਟਰਪਤੀ ਜਾਂ ਤਾਂ ਰਿਜ਼ਾਈਨ ਕਰ ਜਾਏ ਉਸ ਵੇਲੇ, ਜੇ ਤੁਹਾਨੂੰ ਬਿਨਾਂ ਪੁੱਛੇ ਇੱਕ ਫੌਜ ਚਲੀ ਜਾਂਦੀ ਹੈ ਦਰਬਾਰ ਸਾਹਿਬ ਦੇ ਅੰਦਰ। ਲੇਕਿਨ ਉਹਨਾਂ ਨੇ, ਮੈਂ ਤੁਹਾਨੂੰ ਦੱਸਿਆ ਕਿਸ ਕਰਕੇ ਰਿਜ਼ਾਈਨ ਨਹੀਂ ਕੀਤਾ। ਹੁਣ ਉਹ ਠੀਕ ਸੀ ਗਲਤ ਸੀ ਇਹ ਤਾਂ ਇਤਿਹਾਸ ਦੱਸੇਗਾ। ਬਿਲਕੁਲ ਸਹੀ। ਸਰਦਾਰ ਕੇਸੀ ਸਿੰਘ ਜੀ, ਇੱਕ ਗੱਲ ਮੇਰੇ ਜ਼ਿਹਨ 'ਚ ਹੋਰ ਆਈ ਤੁਹਾਡੀ ਜਦੋਂ ਤੁਸੀਂ ਡਿਟੇਲ ਪੂਰੀ ਦੱਸੀ ਸਮਝਾਈ ਕਿ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਬਹੁਤਾ ਲਿੰਕ ਉਦੋਂ ਜਿਵੇਂ ਬਣਦਾ ਜਦੋਂ ਗਿਆਨੀ ਜੈਲ ਸਿੰਘ ਹੋਰੀ ਰਾਸ਼ਟਰਪਤੀ ਸੀ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਅਤੇ ਉਹਦੇ ਤੋਂ ਬਾਅਦ ਇੱਕ ਐਸਾ ਸਮਾਂ ਆਉਂਦਾ ਜਿਹਦੇ ਨਾਲ ਪੰਜਾਬ ਹੌਲੀ ਹੌਲੀ ਦੂਰ ਹੁੰਦਾ ਜਾਂ ਪੰਜਾਬੀ ਆਪਣੇ ਆਪ ਨੂੰ ਕੇਂਦਰ ਤੋਂ ਦੂਰ ਹੁੰਦੇ ਅੱਜ ਇਹ ਦੌਰ ਆ ਗਿਆ ਕਿ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਆ ਅਤੇ ਉਹਨਾਂ ਨੂੰ ਇਹ ਲੱਗਦਾ ਕਿ ਦਿੱਲੀ ਸਾਡੇ ਨਾਲ ਇੱਦਾਂ ਕਰਦੀ ਹੈ। ਇੰਨੇ ਸਮੇਂ ਦੌਰਾਨ ਕਈ ਪ੍ਰਧਾਨ ਮੰਤਰੀ ਬਦਲੇ, ਤੁਸੀਂ ਲਗਭਗ ਹਰੇਕ ਨੂੰ ਨੇੜਿਓਂ ਜਾਣਿਆ ਦੇਖਿਆ ਹੋਊਗਾ। ਜੇ ਮੈਂ ਤੁਹਾਨੂੰ ਪੁੱਛਣਾ ਚਾਹਾਂ ਕਿ ਸਾਰਿਆਂ ਨੂੰ ਤੁਸੀਂ ਜੇ ਚੰਗੇ ਮਾੜੇ ਦੇ ਹਿਸਾਬ ਨਾਲ ਦੇਖਣਾ ਚਾਹੋ ਤਾਂ ਕੋਈ ਦਰਜਾ ਬਦਰਜਾ ਰੱਖ ਸਕਦੇ ਹੋ ਜੀ ਕਿਸ ਤਰ੍ਹਾਂ? ਦੇਖੋ, ਇਹਦੇ 'ਚ ਵਾਜਪਾਈ ਵੀ ਆਏ, ਪ੍ਰਾਈਮ ਮਿਨਿਸਟਰ ਸੀਗੇ। 10 ਸਾਲ ਤਾਂ ਮਨਮੋਹਨ ਸਿੰਘ ਰਹੇ। ਉਦੋਂ ਪਹਿਲਾਂ ਨਰਸਿਮਹਾ ਰਾਓ ਸੀ। ਜੇ ਅਸੀਂ 21ਵੀਂ ਸਦੀ ਲਈਏ ਤਾਂ ਇਹਦੇ ਵਿੱਚ ਤਾਂ ਇਹੀ ਸਰਕਾਰਾਂ ਜਾਂ ਬੀਜੇਪੀ ਦੀਆਂ, ਹੁਣ ਮੋਦੀ ਸਾਹਿਬ ਨੇ, ਜਾਂ ਵਿੱਚੋਂ 10 ਸਾਲ ਕਾਂਗਰਸ ਦੀ ਸਰਕਾਰ। ਕਾਂਗਰਸ ਨੇ ਇੱਕ ਸਿੱਖ ਨੂੰ ਬਣਾਤਾ। ਇੱਕ ਤਰ੍ਹਾਂ ਨਾਲ ਉਹ ਕਾਂਗਰਸ ਦਾ ਤਰੀਕਾ ਸੀ ਕਹਿਣ ਦਾ ਕਿ ਅਸੀਂ ਮਾਫੀ ਮੰਗਦੇ ਹਾਂ ਜੋ ਅਸੀਂ ਕੀਤਾ। ਲੇਕਿਨ ਉਹ ਗਲਤੀ ਉਹਨਾਂ ਦੀ ਅਸੀਂ ਕਿਉਂ ਗਿਣੀਏ? ਗਲਤੀ ਤੁਸੀਂ ਇਹ ਦੇਖੋ, 2 ਹੀ ਪਰਿਵਾਰ ਨੇ ਪੰਜਾਬ ਦੇ ਜਿਨ੍ਹਾਂ ਨੇ 20 ਸਾਲ ਰਾਜ ਕੀਤਾ। ਅੱਜ 2 ਵਾਰ ਕੈਪਟਨ ਸਾਹਿਬ ਚੀਫ ਮਿਨਿਸਟਰ ਬਣੇ ਨੇ ਔਰ 10 ਸਾਲ ਵਿੱਚੋਂ ਬਾਦਲ ਪਰਿਵਾਰ ਰਿਹਾ। ਤਾਂ ਇਸ ਕਰਕੇ ਸਾਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਕੀ ਲਿਆ ਸੈਂਟਰ ਤੋਂ? ਤੁਸੀਂ ਸੈਂਟਰ ਦੇ ਨਾਲ ਇਹਨਾਂ ਦੇ ਤਾਂ ਰਿਸ਼ਤੇਦਾਰ ਆਪਣੀ ਨੋ ਹੀ ਉੱਥੇ ਮਿਨਿਸਟਰ ਸੀਗੀ। ਤਾਂ ਇਸ ਕਰਕੇ ਮਨਮੋਹਨ ਸਿੰਘ ਹੋਣਾ ਤੋਂ ਵੀ ਇਹ ਫਾਇਦਾ ਉਠਾਉਂਦੇ ਰਹੇ, ਜਦਕਿ ਇਹ ਉਹਨਾਂ ਦੀ ਪਾਰਟੀ ਦੇ ਵਰਖਲਾਫ ਸੀਗੇ। ਸਾ ਮਨਮੋਹਨ ਸਿੰਘ ਇੱਕ ਸਿੱਖ ਪ੍ਰਾਈਮ ਮਿਨਿਸਟਰ ਰਹੇ। ਉਹ ਇਹਨਾਂ ਨੂੰ ਕੋਈ ਜਵਾਬ ਤਾਂ ਨਹੀਂ ਸੀ ਦਿੰਦੇ। ਕਈ ਵਾਰ ਇਹਨਾਂ ਨੇ ਪੈਸੇ ਮੰਗੇ, ਉਹਨਾਂ ਨੇ ਪੈਸੇ ਦਿੱਤੇ ਇਹਨਾਂ ਨੂੰ। ਤਾਂ ਇਸ ਕਰਕੇ ਜਵਾਬਦੇਹੀ ਤਾਂ ਇੱਥੋਂ ਦੀ ਸਰਕਾਰ ਦੀ ਹੋਣੀ ਚਾਹੀਦੀ ਹੈ, ਕਿਉਂਕਿ ਸਾਰਾ ਟਾਈਮ ਇਹ ਕਹਿਣਾ ਕਿ ਸਰਦਾਰ ਕੇਸੀ ਸਿੰਘ ਜੀ, ਆਪਾਂ ਇਹਨਾਂ ਤੇ ਆਵਾਂਗੇ ਪੰਜਾਬ ਦੀ ਰਾਜਨੀਤੀ ਤੇ। ਮੈਂ ਜਸਟ ਵੈਸੇ ਹੀ ਪੁੱਛ ਰਿਹਾ ਸੀ ਕਿ ਵੀ ਤੁਸੀਂ ਉਹਨਾਂ ਪ੍ਰਧਾਨ ਮੰਤਰੀਆਂ ਦੇ ਨਾਲ ਰਹੇ ਹੋ, ਮੋਦੀ ਸਾਹਿਬ ਤੋਂ ਲੈ ਕੇ ਪਿਛਲੇ ਪ੍ਰਧਾਨ ਮੰਤਰੀਆਂ ਤੱਕ ਦੀ ਸੋਚ ਪੰਜਾਬ ਨਾਲ ਰਿਲੇਟਡ ਸੰਬੰਧਿਤ ਕੋਈ ਤੁਸੀਂ ਕੱਢਿਆ ਹੋਵੇ ਸਿੱਟਾ, ਮੈਂ ਤਾਂ ਉਹ ਪੁੱਛ ਰਿਹਾ ਸੀ। ਦੇਖੋ, ਉਹਦੇ 'ਚ ਇਹ ਹੈ ਕਿ ਵਾਜਪਾਈ ਸਾਹਿਬ ਤਾਂ ਬਹੁਤ ਪੋਜ਼ਿਟਿਵ ਸੀਗੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਜੇਲ੍ਹ 'ਚ ਵੀ ਰਹੇ ਐਮਰਜੈਂਸੀ 'ਚ, ਕਿਉਂਕਿ ਅਕਾਲੀ ਦਲ ਨੱਥੀ ਹੋ ਗਿਆ ਸੀ ਬੀਜੇਪੀ ਦੇ ਨਾਲ ਐਮਰਜੈਂਸੀ ਦੀ ਐਜੀਟੇਸ਼ਨ 'ਚ। ਸੋ ਇਸੇ ਕਰਕੇ ਮੋਦੀ ਸਾਹਿਬ ਵੀ, ਜਦ ਕਿ ਉਹ ਪਹਿਲੀ ਜਿਹੜੀ ਉਹਨਾਂ ਦੀ ਟਰਮ ਸੀ ਉਹਦੇ ਵਿੱਚ ਉਹਨਾਂ ਨੇ ਅਕਾਲੀਆਂ ਨੂੰ ਆਪਣੇ ਨਾਲ ਰੱਖਿਆ। ਹੁਣ ਆਫਕੋਰਸ ਟੁੱਟ ਗਏ ਨੇ ਉਸ ਗੱਲ ਤੋਂ। ਲੇਕਿਨ ਇਹ ਚੀਜ਼ ਬੀਜੇਪੀ ਦੇ ਅੰਦਰ ਸੀਗੀ ਕਿ ਬਾਦਲ ਸਾਹਿਬ ਕਿਉਂਕਿ ਸਾਡੇ ਨਾਲ ਜੁੜੇ ਰਹੇ ਹੈ ਐਮਰਜੈਂਸੀ ਦੇ ਟਾਈਮ ਤੋਂ, ਤੇ ਇਹਨਾਂ ਨੂੰ ਅਸੀਂ ਛੱਡ ਨਹੀਂ ਸਕਦੇ। ਸੋ ਇਸ ਕਰਕੇ ਜਦ ਵੀ ਬੀਜੇਪੀ ਨਾਲ ਗੱਲ ਕਰਦੇ ਸੀ, ਜਦ ਮੋਦੀ ਸਾਹਿਬ ਵੀ ਸੀਗੇ, ਜੇ ਉਹਨਾਂ ਦੇ ਨਾਲ ਗੱਲ ਕਰੋ ਕਿ ਤੁਸੀਂ ਪੰਜਾਬ ਦੀ ਪੋਲਿਟਿਕਸ ਦੇ ਬਾਰੇ ਕੁਝ ਸੋਚੋ ਤੁਸੀਂ, ਉਹ ਕਹਿੰਦੇ ਨਹੀਂ, ਇਹ ਮੁੱਦਾ ਨਹੀਂ ਅਸੀਂ ਚੱਕਣਾ, ਕਿਉਂਕਿ ਬਾਦਲ ਸਾਹਿਬ ਜਦ ਤਾਈਂ ਹੈ ਅਸੀਂ ਇਹਨਾਂ ਨੂੰ ਛੱਡ ਨਹੀਂ ਸਕਦੇ। ਅੱਛਾ, ਹੁਣ ਇਹ ਕਿਸਾਨ ਮੁੱਦੇ ਤੇ ਆ ਕੇ ਉਹਨਾਂ ਨੂੰ ਵੀ ਛੱਡਣਾ ਪਿਆ, ਇਹਨਾਂ ਨੂੰ ਵੀ ਛੱਡਣਾ ਪਿਆ। ਤਾਂ ਅੱਜ ਐਸਾ ਮੁੱਦਾ ਆ ਗਿਆ ਹੈ ਜਿੱਤੇ ਕਿ ਜਦ ਬੀਜੇਪੀ ਕਹਿੰਦੀ ਸੀਗੀ ਅਸੀਂ ਛੱਡ ਨਹੀਂ ਸਕਦੇ ਬਾਦਲਾਂ ਨੂੰ, ਜਿੰਨਾ ਚਿਰ ਤੱਕ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਨੇ, ਉਹਦੇ 'ਚ ਮੋੜ ਆ ਗਿਆ। ਤਾਂ ਇਸ ਕਰਕੇ, ਔਰ ਜਿਹੜੇ ਸਰਦਾਰ ਪ੍ਰਾਈਮ ਮਿਨਿਸਟਰ ਸੀ ਉਹ ਤਾਂ ਨੈਚੁਰਲੀ ਉਹ ਕਦੇ ਪੰਜਾਬ ਦੇ ਖਿਲਾਫ ਕਿਵੇਂ ਜਾ ਸਕਦੇ ਸੀ? ਉਹ ਸਾਰੇ ਹਿੰਦੁਸਤਾਨ ਦਾ ਸੋਚਣਗੇ, ਲੇਕਿਨ ਪੰਜਾਬ ਬਾਰੇ ਤਾਂ ਦੁੱਖ ਦਰਦ ਹੁੰਦਾ ਹੀ ਹੈ ਹਰੇਕ ਬੰਦੇ ਨੂੰ ਜਿਹੜਾ ਪੰਜਾਬੀ ਹੋਵੇ। ਬਿਲਕੁਲ ਸਹੀ ਜੀ, ਬਿਲਕੁਲ ਸਹੀ।
ਅੱਛਾ, ਆਪਾਂ ਪੰਜਾਬ ਦੇ ਬਾਰੇ ਹੀ ਗੱਲ ਕਰ ਲੈਂਦੇ ਹਾਂ। ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਇਹ ਖੇਤੀ ਅੰਦੋਲਨ ਇੰਨੇ ਲੰਮੇ ਸਮੇਂ ਤੋਂ ਚੱਲ ਰਿਹਾ, ਇਹਦੇ ਲਈ ਜੇ ਕਾਰਨ ਸਮਝਣੇ ਹੋਣ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਵਕਤ ਜਿਹੜੀ ਹੁਣ ਰਾਜ ਕਰਦੀ ਧਿਰ ਆ ਉਹੀ ਉਹਦੇ ਪਿੱਛੇ ਕਾਰਨ ਹੈ, ਜਾਂ ਫਿਰ ਇਸ ਤੋਂ ਪਹਿਲਾਂ ਤੋਂ ਵੀ ਕੋਈ ਨਾ ਕੋਈ ਬੁਣਤੀਆਂ ਬੁਣੀਆਂ ਗਈਆਂ ਸੀ? ਕਿਉਂਕਿ ਮੋਟੀ ਜੀ ਝਾਤ ਮਾਰੀਏ ਤੇ 90 ਦੇ ਦਹਾਕੇ ਨਾਲ ਜਾ ਕੇ ਉਹ WTO ਵਾਲਾ ਜਿਹੜਾ ਸਮਝੌਤਾ ਉੱਥੇ ਜਾ ਕੇ ਤਾਰ ਤਾਣੀ ਜੁੜਦੀ ਆ, ਉਹਦੇ ਵਿੱਚ ਤੇ ਫਿਰ ਕਈ ਪ੍ਰਧਾਨ ਮੰਤਰੀ ਆ ਗਏ, ਕਈ ਪਾਰਟੀਆਂ ਆ ਗਈਆਂ, ਪਰ ਜੇ ਪਾਰਟੀਆਂ ਬਦਲਦੀਆਂ ਰਹੀਆਂ, ਪ੍ਰਧਾਨ ਮੰਤਰੀ ਬਦਲਦੇ ਰਹੇ, ਤੇ ਫਿਰ ਧਾਰਨਾ ਇੱਕ ਕਿਉਂ ਰਹੀ ਕਿ ਆਪਾਂ ਜਿਹੜੀ ਖੇਤੀ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਜੀ? ਦੇਖੋ, WTO 'ਚ ਹੁਣ ਫਿਰ ਹਿੰਦੁਸਤਾਨ ਨੇ ਇੱਕ ਗਰੁੱਪ ਬਣਾ ਕੇ ਉੱਥੇ ਦੁਬਾਰਾ ਕਿਹਾ ਹੈ ਕਿ ਇਹ ਜਦ ਤੁਸੀਂ ਹੁਣ ਤਾਂ ਅਮਰੀਕਾ ਖੁਦ ਹੀ ਕਹੀ ਜਾਂਦਾ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਜਿਹੜੇ ਰੂਲ ਹੈ ਉਹਨਾਂ 'ਚ ਕੁਝ ਤਬਦੀਲੀ ਲਿਆਉਣੀ ਪਏਗੀ, ਕਿਉਂਕਿ ਉਹਨਾਂ ਨੇ ਦੇਖਿਆ ਕਿ ਚੀਨ ਨੇ ਕਿਸ ਤਰੀਕੇ ਨਾਲ ਇਸਤੇਮਾਲ ਕਰਕੇ ਅੱਗੇ ਵੱਧ ਗਿਆ ਚੀਨ। ਤੋ ਇਹ ਜਿਹੜਾ ਮੁੱਦਾ ਹੈਗਾ ਕਿ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਤੁਸੀਂ ਆਪਣਾ ਅੰਨ ਇਕੱਠਾ ਨਹੀਂ ਕਰ ਸਕਦੇ, ਕਿਉਂਕਿ ਹਲੇ ਗਰੀਬ ਬੰਦੇ ਇੱਥੇ ਬਹੁਤ ਹੈ। ਇਹ ਇਕੱਲਾ ਹਿੰਦੁਸਤਾਨ ਨਹੀਂ, ਬੜੇ ਦੇਸ਼ਾਂ ਦਾ ਮੁੱਦਾ ਹੈ। ਤੇ ਇਹ ਇਕੱਠੇ ਹੋ ਕੇ ਜਦ ਤੁਸੀਂ ਉਹਨਾਂ ਨੂੰ ਕਹੋਗੇ ਭਾਈ ਇਹ ਰੂਲ ਸਾਡੇ ਤੇ ਨਹੀਂ ਅਪਲਾਈ ਹੋ ਸਕਦਾ, ਸਾਡੇ ਹਲੇ ਇੱਥੇ ਅਮੀਰ ਵੀ ਬਹੁਤ ਨੇ ਲੇਕਿਨ ਜ਼ਿਆਦਾਤਰ ਤਾਂ ਬੰਦੇ ਇੱਥੇ ਗਰੀਬ ਨੇ ਜਿਨ੍ਹਾਂ ਲਈ ਅੰਨ ਚਾਹੀਦਾ ਹੈ, ਔਰ ਗਵਰਨਮੈਂਟ ਦੇ ਕੋਲ ਭੰਡਾਰ ਹੋਣਾ ਚਾਹੀਦਾ ਅੰਨ ਦਾ। ਲੇਕਿਨ ਪ੍ਰੋਬਲਮ ਜਿਹੜੀ ਅੱਜ ਕਿਸਾਨਾਂ ਦੀ ਆਈ ਹੈ ਕਿ ਇਹਦੇ ਜਿਹੜੀ ਪੰਜਾਬ ਦਾ, ਦੇਖੋ ਮੈਂ ਕਈਆਂ ਨਾਲ ਗੱਲ ਹੋਈ, ਮੈਂ ਕਿਹਾ ਤੁਸੀਂ ਆਪਾਂ ਭੁੱਲ ਜਾਓ ਕਿ ਮੋਦੀ ਜੀ ਨੇ ਕੀ ਕੀਤਾ ਨਹੀਂ ਕੀਤਾ, ਉਹਨੂੰ ਇੱਕ ਪਾਸੇ ਰੱਖ ਦਈਏ। ਲੇਕਿਨ ਜਿਹੜਾ ਮਾਡਲ ਸਾਡਾ ਇਸ ਵੇਲੇ ਕ੍ਰਿਸ਼ੀ ਦਾ ਜਾਂ ਸਾਡਾ ਖੇਤੀਬਾੜੀ ਦਾ ਮਾਡਲ ਹੈ, ਜਿਹਨੂੰ ਅਸੀਂ ਕਹੀਏ ਕਿ ਜਿਹਨੂੰ ਆਪਾਂ ਕਹਿੰਦੇ ਸੀ ਖੇਤੀਬਾੜੀ ਦੀ ਹਰੀ ਕ੍ਰਾਂਤੀ, ਗ੍ਰੀਨ ਰੈਵੋਲੂਸ਼ਨ, ਉਹ ਮਾਡਲ ਕੀ ਅਸੀਂ ਸਿਰਫ ਕਣਕ ਤੇ ਝੋਨਾ ਹੀ ਬਣਾਈ ਜਾਈਏ, ਇਹ ਮਾਡਲ ਆਪਣਾ ਪੂਰਾ ਸਮੇਂ ਇਹ ਖਤਮ ਹੋ ਗਿਆ ਇਸ ਮਾਡਲ ਦਾ। ਇਹ ਮਾਡਲ ਦੇ ਬਾਅਦ ਸਾਨੂੰ ਪੰਜਾਬ ਨੂੰ ਅਗਲੀ ਲੈਵਲ ਤੇ ਲਿਜਾਣਾ ਪਏਗਾ, ਜਿੱਥੇ ਅਸੀਂ ਹੋਰ ਚੀਜ਼ਾਂ ਦਾ ਉਤਪਾਦਨ ਕਰ ਸਕੀਏ, ਅਸੀਂ ਫਰੂਟ ਕਰ ਸਕੀਏ, ਵੈਜੀਟੇਬਲਸ ਕਰ ਸਕੀਏ, ਕਿਉਂਕਿ ਹਿੰਦੁਸਤਾਨ ਦੇ ਵਿੱਚ ਮਿਡਲ ਕਲਾਸ ਵੱਧ ਰਹੀ ਹੈ, ਡਿਮਾਂਡ ਫਰੂਟ ਤੇ ਵੈਜੀਟੇਬਲਸ ਦੀ ਵਧੇਗੀ। ਤੋ ਇਹ ਕਹਿਣਾ ਕਿ ਨਹੀਂ ਅਸੀਂ ਝੋਨਾ ਤੇ ਕਣਕ ਹੀ ਬਣਾਵਾਂਗੇ ਔਰ ਇਸੇ ਤਰੀਕੇ ਨਾਲ ਇਹ ਚੱਲੀ ਜਾਏਗਾ, ਦੇਖੋ ਇੱਕ ਤਾਂ ਪਾਣੀ ਦਾ ਸਾਡਾ ਲੈਵਲ ਥੱਲੇ ਗਿਰ ਰਿਹਾ, ਪੋਲਿਊਸ਼ਨ ਹੋ ਰਹੀ ਹੈ ਕਿਉਂਕਿ ਫਰਟੀਲਾਈਜ਼ਰ ਦੀ ਬਹੁਤ ਜ਼ਿਆਦਾ ਇਸਤੇਮਾਲ ਹੁੰਦੀ ਹੈ। ਤੋ ਇਹ ਗਲਤੀ ਸੈਂਟਰ ਦੀ ਇਹ ਹੈ ਕਿ ਪੰਜਾਬ ਨੂੰ ਤਬਦੀਲੀ 'ਚ ਮਦਦ ਕਰਨ ਦੀ ਜਗ੍ਹਾ ਤੁਸੀਂ ਇੱਕਦਮ ਯਕਲਖਤ ਕਾਨੂੰਨ ਬਣਾ ਕੇ ਇਹ ਕਰੋ ਕਿ ਅਸੀਂ ਇਹ ਮਾਡਲ ਬਦਲ ਦੇਣਾ ਹੈ। ਨਵਾਂ ਮਾਡਲ ਕੀ ਆਊਗਾ ਉਹ ਅਸੀਂ ਦੱਸਣਾ ਨਹੀਂ, ਉਹਦੇ 'ਚ ਅਸੀਂ ਪੰਜਾਬ ਦੀ ਕੀ ਮਦਦ ਕਰਾਂਗੇ ਉਹ ਨਹੀਂ ਦੱਸਣਾ। ਨਹੀਂ, ਪ੍ਰਾਈਵੇਟ ਸੈਕਟਰ ਆਊਗੀ, ਅਦਾਨੀ ਆ ਕੇ ਆਪਣੇ ਸਾਈਲੋ ਬਣਾ ਲੇਗਾ, ਉਹਦੇ 'ਚ ਭਰੀ ਜਾਏਗਾ ਸਾਰਾ ਜੋ ਵੀ ਖਰੀਦ ਕਰੇਗਾ, ਇਹ ਤਾਂ ਨਹੀਂ ਚੱਲੇਗਾ। ਇਹ ਸਟੇਟ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ, ਇਹਨਾਂ ਨੂੰ ਪੰਜਾਬ ਦੀ ਉਂਗਲ ਫੜ ਕੇ ਇਹਨੂੰ ਹੌਲੀ ਹੌਲੀ ਅੱਗੇ ਲਿਜਾਣਾ ਪੈਣਾ। ਉਹ ਕੀਤਾ ਨਹੀਂ ਸੈਂਟਰ ਦੇ ਸਰਕਾਰ ਨੇ। ਸੋ ਜਿਹੜਾ ਕਿਸਾਨ ਹੈ ਉਹ ਠੀਕ ਕਹਿ ਰਿਹਾ ਕਿ ਤੁਸੀਂ ਇੱਕਦਮ ਇਸ ਮਾਡਲ ਨੂੰ ਖਤਮ ਕਰਕੇ, ਤਾਂ ਹੀ ਉਹ ਕਹਿੰਦੇ ਆ ਕਿ MSP ਦਾ ਤੁਸੀਂ ਕਾਨੂੰਨ ਬਣਾਓ ਕਿ ਜਦ ਤਾਈਂ ਤੁਸੀਂ ਖਰੀਦੋਗੇ ਇਹ ਦੋਨੋਂ ਚੀਜ਼ਾਂ, ਉਹਦੀ ਮਿਨੀਮਮ ਸਪੋਰਟ ਪ੍ਰਾਈਸ ਤੁਸੀਂ ਦਿਓਗੇ, ਇੰਨੀ ਕੀਮਤ ਸਾਨੂੰ। ਉਲਟੀ ਜਿਹੜੀ ਸਵਾਮੀਨਾਥਨ ਕਮਿਸ਼ਨ ਨੇ ਕਿਹਾ ਉਹ ਨਹੀਂ ਤਾਂ ਦੇ ਹੀ ਨਹੀਂ ਰਹੇ, ਜਿਹੜੀ ਦੇ ਰਹੇ ਹੈ ਉਹ ਤਾਂ ਵੈਸੇ ਵੀ ਜਿੰਨੀ ਦੇਣੀ ਚਾਹੀਦੀ ਹੈ ਉਹਦੇ ਨਾਲੋਂ ਕਮ ਹੈ, ਔਰ ਉਹਦਾ ਵੀ ਤੁਸੀਂ ਕਾਨੂੰਨ ਬਣਾਉਣ ਨੂੰ ਨਹੀਂ ਤਿਆਰ, ਤੁਸੀਂ ਦੱਸਣ ਨੂੰ ਨਹੀਂ ਤਿਆਰ ਕਿ ਇਹਨੂੰ ਅਸੀਂ ਯਕਲਖਤ 2-3 ਸਾਲਾਂ ਦੇ ਬਾਅਦ ਖਤਮ ਨਹੀਂ ਕਰ ਦਾਂਗੇ। ਇਹ ਸ਼ੱਕ ਜਿਹੜਾ ਕਿਸਾਨ ਦੇ ਦਿਮਾਗ 'ਚ ਪਿਆ ਹੈ, ਉਹਨੂੰ ਸ਼ੱਕ ਨੂੰ ਦੂਰ ਕਰਨ ਲਈ ਸੈਂਟਰ ਕੋਸ਼ਿਸ਼ ਨਹੀਂ ਕਰ ਰਿਹਾ। ਆ ਜਾਂਦੇ ਨੇ ਤੋਮਰ ਸਾਹਿਬ, ਉਹਨਾਂ ਦੇ ਐਗਰੀਕਲਚਰ ਮਿਨਿਸਟਰ, ਨਹੀਂ ਜੀ ਹਮ ਬਾਤਚੀਤ ਕरेंगे। ਭਈ ਬਾਤਚੀਤ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਤੁਸੀਂ ਵਿਸ਼ਵਾਸ ਤੋੜਿਆ ਕਿਸਾਨਾਂ ਦਾ। ਕੱਲੇ ਇੱਥੋਂ ਦਾ ਨਹੀਂ, UP ਵੀ ਨਾਲ ਜੁੜ ਗਈ ਹੈ। ਹੁਣ ਮੁਸ਼ਕਿਲ ਕੀ ਆ ਰਹੀ ਹੈ ਸੈਂਟਰ ਦੀ ਗਵਰਨਮੈਂਟ ਨੂੰ ਕਿ 3 ਸੂਬੇ ਇਹਦੇ ਨਾਲ ਜੁੜੇ ਹੋਏ ਆ, ਪੰਜਾਬ, ਹਰਿਆਣਾ ਤੇ UP। ਹਰਿਆਣੇ ਦੇ ਤਾਂ ਮਿਨਿਸਟਰ ਆਪਣੇ ਪਿੰਡ ਨਹੀਂ ਜਾ ਸਕਦੇ, ਕਿਤੇ ਮੀਟਿੰਗ ਨਹੀਂ ਕਰ ਸਕਦੇ, ਔਰ UP ਔਰ ਪੰਜਾਬ ਦੇ ਵਿੱਚ ਇਲੈਕਸ਼ਨ ਆ ਗਈ ਹੈ। ਤੋ UP ਦੀ ਇਲੈਕਸ਼ਨ ਤਾਂ ਬਹੁਤ ਦੁੱਖਦੇਹੀ ਹੈ ਸੈਂਟਰ ਦੀ ਸਰਕਾਰ ਨੂੰ। ਚਲੋ ਪੰਜਾਬ 'ਚ ਤਾਂ ਉਹ ਹਾਰਨ ਚਾਹੇ ਜਿੱਤਣ, BJP ਨੂੰ ਇੰਨਾ ਫਰਕ ਨਹੀਂ ਪੈਂਦਾ, ਉਹਨਾਂ ਨੇ ਅਕਾਲੀ ਦਲ ਨੂੰ ਛੱਡ ਦਿੱਤਾ। ਲੇਕਿਨ UP ਦੀ ਸਰਕਾਰ ਤਾਂ ਉਹ ਜੇ ਗਵਾ ਬੈਠਦੇ ਹੈ, ਉਹਦਾ ਸਿੱਧਾ ਅਸਰ ਫਿਰ 2024 'ਚ ਜਾਂਦਾ ਹੈ, ਰੀ-ਇਲੈਕਸ਼ਨ ਮੋਦੀ ਸਾਹਿਬ ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋਏਗੀ। ਤੋ ਇਸ ਕਰਕੇ ਕਿਸਾਨਾਂ ਦਾ ਮੁੱਦਾ, ਇਹਨਾਂ ਦੀ ਮੇਰੇ ਖਿਆਲ ਉਮੀਦ ਸੀ ਕਿ ਇਹ ਥੱਕ ਜਾਣਗੇ, ਸਰਦੀਆਂ ਆ ਗਈਆਂ, ਚਲੇ ਜਾਣਗੇ ਘਰ ਵਾਪਸ। ਲੇਕਿਨ ਜਿਸ ਤਰੀਕੇ ਨਾਲ ਕਿਸਾਨਾਂ ਨੇ ਆਪਣਾ ਅੰਦੋਲਨ ਚਲਾਇਆ ਤੇ ਅੱਗੇ ਵਧਾਇਆ, ਔਰ UP ਦੇ ਕਿਸਾਨ ਵੀ ਨਾਲ ਮਿਲ ਗਏ ਨੇ ਔਰ ਯੂਨਿਟੀ ਹੋ ਗਈ ਹੈ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਪਹਿਲਾਂ ਕਹਿਤਾ ਇਹ ਤਾਂ ਖਾਲਿਸਤਾਨੀ ਨੇ, ਫਿਰ ਕਿਹਾ ਦੇਖੋ ਜੀ ਪੰਜਾਬ ਤੁਹਾਨੂੰ ਪਾਣੀ ਨਹੀਂ ਦਿੰਦਾ ਹਰਿਆਣੇ ਨੂੰ। ਹਰਿਆਣੇ ਦੇ ਕਿਸਾਨਾਂ ਨੇ ਵੀ ਕਿਹਾ ਕਿ ਇਹ ਮੁੱਦੇ ਨਾ ਉਠਾਓ, ਇਹ ਮੁੱਦੇ ਅਸੀਂ ਆਪੇ ਸਮਝਾਂਗੇ, ਪੰਜਾਬ ਨਾਲ ਸਮਝਾਂਗੇ, ਹੋਰਾਂ ਨਾਲ ਸਮਝਾਂਗੇ, ਤੁਸੀਂ ਸਾਡੇ ਨਾਲ ਆਹ ਗੱਲ ਕਰੋ ਕਿ ਤੁਸੀਂ ਆਹ ਕਾਨੂੰਨ ਜਿਹੜੇ ਹੈ ਇਹ ਪਹਿਲਾਂ ਵਾਪਸ ਲਓ, ਕਿਉਂ ਤੁਸੀਂ ਵਿਸ਼ਵਾਸਘਾਤ ਕੀਤਾ ਸਾਡੇ ਨਾਲ, ਤੁਹਾਨੂੰ ਅਤਵਾਰ ਨਹੀਂ ਤੁਹਾਡੇ ਤੇ, ਤੁਸੀਂ ਪ੍ਰਾਈਵੇਟ ਕੰਪਨੀਆਂ ਤਾਂ ਹੀ ਛੱਡਣਾ ਚਾਹੁੰਦੇ ਹੋ, ਇਹ ਹੈ ਤੁਹਾਡਾ ਮਾਡਲ। ਸੋ ਗੱਲ ਇੱਥੇ ਰੁਕੀ ਹੋਈ ਹੈ। ਮੈਨੂੰ ਲੱਗਦਾ ਸੈਂਟਰ ਨੂੰ ਇਸ ਤੋਂ ਜ਼ਿੱਦ ਤੋਂ ਹਟ ਜਾਣਾ ਚਾਹੀਦਾ, ਕਿਸਾਨਾਂ ਦੇ ਨਾਲ ਇਹ ਧੱਕਾ ਨਹੀਂ ਕਰਨਾ ਚਾਹੀਦਾ, ਕਿਉਂਕਿ
ਉਹਨਾਂ ਦੇ ਮੇਰੇ ਖਿਆਲ ਮੋਦੀ ਜੀ ਦੇ ਦਿਮਾਗ 'ਚ ਹੈ। ਉਹਨਾਂ ਨੇ ਅੱਗੇ ਸਟੇਟ 'ਚ ਇਹੀਆਂ ਜਿਹੀਆਂ ਐਜੀਟੇਸ਼ਨਾਂ ਦੇਖੀਆਂ ਗੁਜਰਾਤ 'ਚ, ਉੱਥੇ ਵੀ ਕਈ ਤਰ੍ਹਾਂ ਦੇ ਇਹਨਾਂ ਨੇ ਰੂਲ ਬਣਾਏ ਜਿਹੜੇ ਉੱਥੋਂ ਦੇ ਕਿਸਾਨ ਵਰਖਲਾਫ ਸੀ ਉਹਦੇ। ਲੇਕਿਨ ਇਹ ਜਿਹੜੇ ਕਿਸਾਨ ਨੇ ਇਹ ਫਰਕ ਨੇ ਉੱਥੋਂ ਦੇ ਕਿਸਾਨਾਂ ਤੋਂ, ਇਹਨਾਂ ਨੂੰ ਸਮਝ ਲੈਣਾ ਚਾਹੀਦਾ। ਇਹ ਕਰਨਗੇ, ਅੰਦੋਲਨ 'ਚ ਹਟਣ ਵਾਲੇ ਨਹੀਂ, ਅੰਦੋਲਨ ਅੱਗੇ ਤਾਂ ਹੀ ਚੱਲਦਾ ਰਹੇਗਾ। ਉਹ ਤਾਂ ਕਹਿੰਦੇ ਹੀ ਆ, ਤਕੈਤ ਸਾਹਿਬ ਕਹਿੰਦੇ ਆ ਮੈਂ ਤਾਂ 2024 ਤਾਈਂ ਚਲਾਊਂਗਾ, ਤੁਸੀਂ ਬੈਠੇ ਰਹੋ ਇੱਥੇ ਤਾਈਂ, ਲੋਕ ਸਭਾ ਦੀ ਇਲੈਕਸ਼ਨ ਤਾਈਂ ਚਲਾਵਾਂਗੇ। ਤਾਂ ਇਸ ਕਰਕੇ ਮੈਨੂੰ ਲੱਗਦਾ ਕੇਂਦਰ ਦੀ ਸਰਕਾਰ ਵੀ ਇਸ ਗੱਲ ਨੂੰ ਹੋ ਸਕਦਾ ਸਮਝਣ ਦੇ ਕੁਝ ਨੇੜੇ ਆ ਜਾਣ। ਮੈਂ ਸਰਦਾਰ ਕੇਸੀ ਸਿੰਘ ਜੀ, ਇੱਕ ਗੱਲ ਹੋਰ ਜਿਹੜੀ ਤੁਹਾਡੇ ਕੋਲੋਂ ਧਿਆਨ 'ਚ ਪੁੱਛਣੀ ਚਾਹੁੰਦਾ ਉਹ ਇਹ ਹੈ ਕਿ ਵੀ ਇਹ ਤੁਸੀਂ ਜਿਸ ਹਿਸਾਬ ਨਾਲ ਗੱਲ ਸਮਝਾਈ ਉਹ ਬਿਲਕੁਲ ਸਮਝ ਆ ਗਈ ਕਿ ਵੀ ਮਸਲਾ ਹੈ ਕਿੱਥੇ, ਮੁੱਦਾ ਹੈ ਕਿੱਥੇ। ਪਰ ਇਹ ਸਾਰੇ ਕੁਝ ਦੇ ਲਈ ਜੇ ਆਪਾਂ ਪੰਜਾਬ ਦੇ ਪੋਲੀਟੀਸ਼ੀਅਨਸ ਦੀ ਗੱਲ ਕਰੀਏ, ਪੰਜਾਬ ਦੀਆਂ ਜਿਹੜੀਆਂ ਰਾਜ ਕਰਦੀਆਂ ਪਾਰਟੀਆਂ ਨੇ, ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਜਾਂ ਹੁਣ ਕਰਦੀਆਂ ਨੇ, ਜਾਂ ਜਿਹੜੀਆਂ ਗਾਂਹ ਰਾਜ ਕਰਨ ਦੇ ਲਈ ਤਿਆਰ ਨੇ ਵੀ ਆਪਾਂ ਕਰਨਾ, ਉਹਨਾਂ ਨੂੰ ਕਿੰਨਾ ਕੁ ਜ਼ਿੰਮੇਵਾਰ ਗਿਣਦੇ ਹੋ ਕਿ ਜੇ ਖੇਤੀ ਦਾ, ਕਿਸਾਨੀ ਦਾ, ਪੰਜਾਬ ਦੇ ਲੋਕਾਂ ਦਾ ਅਜਿਹਾ ਹਾਲ ਹੋ ਗਿਆ ਤੇ ਉਹਦੇ ਲਈ ਉਹ ਜ਼ਿੰਮੇਵਾਰ ਨੇ? ਕੀ ਉਹਨਾਂ ਦੇ ਹੱਥ ਵੱਸ ਕੁਝ ਨਹੀਂ ਸੀ? ਕਿਉਂਕਿ ਜਦੋਂ ਗੱਲ ਕਰੀ ਉਹ ਕਹਿੰਦੇ ਬਸ ਕੇਂਦਰ ਨੇ ਨਹੀਂ ਸਾਨੂੰ ਐਂ ਦਿੱਤਾ, ਕੇਂਦਰ ਨੇ ਸਾਡੇ ਨਾਲ ਇੱਦਾਂ ਕਰਤਾ। ਕੀ ਪੰਜਾਬ ਦੇ ਬਿਲਕੁਲ ਹੀ ਹੱਥ ਖੜੇ, ਇਹਦੇ ਪੱਲੇ ਕੁਝ ਵੀ ਨਹੀਂ? ਦੇਖੋ, ਮੈਂ ਨਵੰਬਰ 'ਚ ਇਮਰਾਤ ਗਿਆ ਸੀਗਾ, ਵਕੇਸ਼ਨ 'ਤੇ ਗਿਆ ਸੀ, ਨਵੰਬਰ ਪਿਛਲੇ ਸਾਲ, ਕਿਉਂਕਿ ਮੈਂ ਉੱਥੇ 4.5 ਸਾਲ ਅੰਬੈਸਡਰ ਰਿਹਾ। ਵਾਕਫੀਅਤ ਹੈਗੀ, ਜਿਹੜਾ ਹੁਣ ਅੰਬੈਸਡਰ ਲੱਗਿਆ ਮੇਰੇ ਥੱਲੇ ਜੂਨੀਅਰ ਰਿਹਾ ਮੇਰੇ ਤੋਂ, ਉਹਦੇ ਨਾਲ ਗੱਲ ਹੋਈ। ਉਹ ਕਹਿੰਦੇ ਕਿ ਦੇਖੋ ਇਹ ਵੀ ਫੂਡ ਸਿਕਿਉਰਿਟੀ ਚਾਹ ਰਹੇ ਹੈ, ਖਲੀਜ ਦੇ ਜਿਹੜੇ ਦੇਸ਼ ਨੇ ਉਹਨਾਂ ਦੇ ਵੀ ਆਪਸ 'ਚ ਲੜਾਈਆਂ ਕਈ ਵੱਧ ਗਈਆਂ ਨੇ। ਟਰਕੀ ਤੋਂ ਉਹਨਾਂ ਨੂੰ ਸਮਾਨ ਜਿਹੜਾ ਆਉਂਦਾ ਹੈ ਉਹਨਾਂ ਨੇ ਆਉਣਾ ਬੰਦ ਕਰਤਾ, ਖਾਣ ਪੀਣ ਦਾ ਸਮਾਨ ਉੱਥੇ ਤਾਂ ਹੁੰਦਾ ਨਹੀਂ, ਦੁਬਈ ਜਾ ਕੇ ਉੱਥੋਂ ਐਕਸਪੋਰਟ ਵੀ ਹੋ ਜਾਂਦਾ ਹੈ ਹੋਰ ਜਗ੍ਹਾ। ਤਾਂ ਇਸ ਕਰਕੇ ਉਹ ਇਨਵੈਸਟ ਕਰਨਾ ਚਾਹੁੰਦੇ ਸੀ ਦੇਸ਼, ਅਸੀਂ ਆ ਕੇ ਸਪਲਾਈ ਚੇਨਸ ਹਿੰਦੁਸਤਾਨ ਦੇ ਨਾਲ ਲਿੰਕ ਕਰੀਏ, ਖਰੀਦ ਸਕੀਏ, ਅਸੀਂ ਉਹਦੇ 'ਚ ਇਨਵੈਸਟ ਕਰੀਏ। ਤੇ ਮੈਂ ਜਦ ਵਾਪਸ ਆਇਆ, ਮੈਂ ਸੀਐਮ ਸਾਹਿਬ ਤੋਂ ਟਾਈਮ ਲੈ ਕੇ, ਕੈਪਟਨ ਸਾਹਿਬ ਤੋਂ ਇਹਨਾਂ ਨੂੰ ਮਿਲਣ ਗਿਆ। ਮੈਂ ਕਿਹਾ ਜੀ ਮੈਂ ਉੱਥੋਂ ਆ ਰਿਹਾ ਇਮਰਾਤ ਤੋਂ, ਮੈਂ 4.5 ਸਾਲ ਅੰਬੈਸਡਰ ਰਿਹਾ, ਤੇ ਇਸ ਤਰੀਕੇ ਨਾਲ ਉਹ ਬਣਾ ਰਹੇ ਨੇ। ਆਪਣੇ ਕੋਲ ਕੋਈ ਪਲਾਨ ਹੈ? ਕਿਉਂਕਿ ਉਹ ਇੰਜ ਪੈਸੇ ਨਹੀਂ ਦੇਣਗੇ, ਉਹ ਤੁਹਾਨੂੰ ਪੁੱਛਣਗੇ ਤੁਹਾਡੀ ਪਲਾਨ ਕੀ ਹੈ, ਤੁਸੀਂ ਕਿਹੜੀ ਚੀਜ਼ਾਂ ਉਗਾ ਸਕਦੇ ਹੋ। ਆਫਟਰ ਆਲ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਸਾਰੀਆਂ ਤਾਂ ਪੰਜਾਬ 'ਚ ਨਹੀਂ ਉਗ ਸਕਦੀਆਂ। ਸਾਡੀ ਐਗਰੋ ਕਲਾਈਮੇਟ ਦੇ ਮੁਤਾਬਕ ਜਿਹੜੀ ਚੀਜ਼ ਅਸੀਂ ਉਗਾ ਸਕਦੇ ਹਾਂ ਉਹਦੀ ਅਸੀਂ ਇੱਕ ਪਲਾਨ ਬਣਾਈਏ ਕਿ ਇੰਨੀ ਅਸੀਂ ਹੌਲੀ ਹੌਲੀ ਝੋਨਾ ਤੇ ਇਹਨੂੰ ਹਟਾ ਕੇ ਸ਼ੁਰੂ 'ਚ 1000 ਹੈਕਟੇਅਰ 'ਚ ਕਰਾਂਗੇ, 2000 'ਚ ਕਰਾਂਗੇ, ਕਿਵੇਂ ਵਧਾਵਾਂਗੇ, ਆਰਗੈਨਿਕ ਫਾਰਮਿੰਗ ਕਰੀ ਕਿਵੇਂ ਜਾਵਾਂਗੇ, ਔਰ ਉਹ ਤੁਸੀਂ ਕਿੰਨੀ ਅਸੀਂ ਉਹਨਾਂ ਨੂੰ ਵੇਚ ਸਕਦੇ ਹਾਂ। ਉਹ ਕਹਿਣ ਲੱਗੇ ਅੱਛਾ ਮੈਂ ਚੀਜ਼ ਫੈਕਟਰੀ ਨੂੰ ਕਹਿਣਾ ਹੈ। ਇਹਦਾ ਮਤਲਬ ਪੰਜਾਬ ਕੋਲ ਕੋਈ ਪਲਾਨ ਹੀ ਹੈ ਨਹੀਂ, ਸਿਰਫ ਤੁਸੀਂ ਉਸੇ ਮਾਡਲ ਨੂੰ ਚੱਲੀ ਜਾਓ, ਉਸੇ ਤੇ ਰੋਣਾ ਰੋਈ ਜਾਓ। ਇਹ ਤਾਂ ਕੋਈ ਦੂਰ ਅੰਦੇਸ਼ੀ ਨਹੀਂ ਹੈ। ਤੁਸੀਂ ਭੁੱਲ ਜਾਓ ਜੋ ਸੈਂਟਰ ਨੇ ਕਰਨਾ ਨਹੀਂ ਕਰਨਾ। ਆਫਟਰ ਆਲ ਜੇ ਸੈਂਟਰ ਸਾਡੇ ਤੇ ਜ਼ੋਰ ਪਾਏ ਫਿਰ ਕਦੀਆਂ ਅਸੀਂ ਤਾਂ ਖੁਦ ਮੁਖਤਿਆਰ ਹੈ। ਅੱਛਾ ਜੇ ਤੁਹਾਨੂੰ ਨਾ ਚਲਾਉਣਾ ਆਵੇ ਫਿਰ ਕੋਈ ਨਹੀਂ, ਜੇ ਇਹ ਤਾਂ ਸੈਂਟਰ ਕਰ ਰਿਹਾ। ਹਾਂ ਇਹ ਜ਼ਰੂਰ ਹੈ ਸੈਂਟਰ ਦੀ ਮਦਦ ਚਾਹੀਦੀ ਹੈ, ਸੈਂਟਰ ਕੋਈ ਐਸਾ ਕਾਨੂੰਨ ਨਾ ਬਣਾਵੇ ਜਿਹਦੇ ਨਾਲ ਤੁਹਾਡਾ ਨੁਕਸਾਨ ਹੋਵੇ, ਲੇਕਿਨ ਤੁਹਾਡੇ ਕੋਲ ਵੀ ਤਾਂ ਕੋਈ ਪਲਾਨ ਹੋਣੀ ਚਾਹੀਦੀ ਹੈ ਨਾ, ਜਿਹੜੀ ਲੈ ਕੇ ਤੁਸੀਂ ਸੈਂਟਰ 'ਚ ਜਾਓ, ਬਾਹਰਲੇ ਦੇਸ਼ 'ਚ ਜਾਓ, ਹਿੰਦੁਸਤਾਨ 'ਚ ਜਾਓ। ਉਹ ਪਲਾਨ ਦੇ ਮੁਤਾਬਕ ਫਿਰ ਤੁਸੀਂ ਇਨਵੈਸਟਮੈਂਟ ਮੰਗਾ ਸਕਦੇ ਹੋ। ਫਿਰ ਤੁਹਾਨੂੰ ਪਤਾ ਹੋਣਾ ਹੈ ਕਿ ਹੌਲੀ ਹੌਲੀ ਅਸੀਂ ਤਬਦੀਲੀ ਕਿਵੇਂ ਲਿਆਉਣੀ ਹੈ ਪੰਜਾਬ 'ਚ। ਨਹੀਂ ਤਾਂ ਇੱਥੋਂ ਦੇ ਮੁੰਡੇ, ਮੈਂ ਉਹ ਅੱਗੇ ਪ੍ਰੋਗਰਾਮ 'ਚ ਵੀ ਦੱਸਿਆ, ਜਦ 2000 'ਚ ਮੈਂ ਐਂਬੈਸਡਰ ਸੀ, ਬਾਦਲ ਸਾਹਿਬ ਆਏ ਮੇਰੇ ਕੋਲ, ਮੈਂ ਬਾਦਲ ਸਾਹਿਬ 2 ਦਿਨ ਰਹੇ ਮੇਰੇ ਕੋਲ, ਚੀਫ ਮਿਨਿਸਟਰ ਸੀ ਉਦੋਂ। ਮੈਂ ਕਿਹਾ ਜੀ ਸੀਐਮ ਸਾਹਿਬ ਆਪਣੇ, ਮੈਂ ਇੱਥੇ ਸਾਫਿਆਂ ਵਾਲੇ ਮੁੰਡੇ ਲੇਬਰ ਤੇ ਆਉਂਦੇ ਨਹੀਂ ਸੀ ਪਹਿਲਾਂ ਦੇਖਦਾ, ਮੈਂ 1999 ਦਾ ਆਇਆ ਹੋਇਆ, ਇਹ ਮੁੰਡੇ ਆਣੇ ਸ਼ੁਰੂ ਹੋ ਰਹੇ ਲੇਬਰ ਤੇ। ਇਹਦਾ ਮਤਲਬ ਸਾਡਾ ਪੰਜਾਬ ਦਾ ਜਿਹੜਾ ਮਾਡਲ ਹੈ ਇਹ ਕੋਈ ਠੀਕ ਨਹੀਂ ਚੱਲ ਰਿਹਾ। ਕਿਉਂ ਉੱਥੇ ਬੰਦੇ ਛੱਡ ਕੇ ਸਿਰਫ ਲੇਬਰ ਲਈ ਆ ਰਹੇ ਹੈ? ਜੇ ਇੱਥੇ ਕੋਈ ਚੰਗੀਆਂ ਨੌਕਰੀਆਂ ਤੇ ਆਉਣ ਤਾਂ ਜ਼ਰੂਰ ਆਉਣ, ਬੜੀ ਅੱਛੀ ਗੱਲ ਹੈ। ਜੇ ਕੱਲੀ ਉਹਨਾਂ ਨੇ ਲੇਬਰ ਕਰਨੀ ਹੈ ਇੰਨੀ ਗਰਮੀ 'ਚ ਆ ਕੇ, ਇਹਦਾ ਮਤਲਬ ਅਸੀਂ ਪੰਜਾਬ 'ਚ ਕਿਉਂ ਨਹੀਂ ਨੌਕਰੀਆਂ ਕ੍ਰੀਏਟ ਕਰ ਸਕੇ? ਹੁਣ ਹਰੇਕ ਬੰਦੇ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ। ਹੁਣ ਸਰਕਾਰੀ ਕਿੰਨੀਆਂ ਬਣਾਓਗੇ ਤੁਸੀਂ ਨੌਕਰੀਆਂ? ਅਲਟੀਮੇਟਲੀ ਜਦ ਤਾਈਂ ਤੁਸੀਂ ਇਹਦੀ ਇਕਨੋਮਿਕ ਮਾਡਲ ਨਹੀਂ ਚੇਂਜ ਕਰਦੇ, ਨਵੀਂ ਹਰੀ ਕ੍ਰਾਂਤੀ ਤਾਈਂ ਨਹੀਂ ਲੈ ਜਾਂਦੇ, ਹਾਈ ਟੈਕਨੋਲੋਜੀ ਨਹੀਂ ਲੈ ਕੇ ਆਉਂਦੇ। ਦੇਖੋ ਪੰਜਾਬ ਹਿੰਦੁਸਤਾਨ ਦੇ ਕੋਨੇ 'ਚ ਹੈ, ਸਮੁੰਦਰ ਤੱਟ ਤੋਂ ਦੂਰ ਹੈ, ਇੱਥੇ ਵੱਡੀਆਂ ਵੱਡੀਆਂ ਸਟੀਲ ਫੈਕਟਰੀਆਂ ਤਾਂ ਲੱਗ ਨਹੀਂ ਸਕਦੀਆਂ। ਆਇਰਨ ਓਰ ਜਿਹੜਾ ਉਹ 2000 ਕਿਲੋਮੀਟਰ ਤੋਂ ਆਏਗਾ, ਤਾਂ ਇਸ ਕਰਕੇ ਕਾਰ ਦੀ ਇੱਥੇ ਫੈਕਟਰੀਆਂ ਨਹੀਂ ਲੱਗ ਸਕਦੀਆਂ। ਉਹ ਤਾਂ ਸਮੁੰਦਰ ਦੇ ਤੱਟ ਤੇ ਜਾਂ ਚੈਨਈ ਲੱਗਣਗੀਆਂ, ਮੁੰਬਈ ਲੱਗਣਗੀਆਂ, ਪੂਨੇ ਲੱਗਣਗੀਆਂ। ਤੁਹਾਡੇ ਕੋਲ ਮਾਡਲ ਬਣਾਉਣਾ ਪੈਣਾ ਤੁਹਾਨੂੰ ਕੈਲੀਫੋਰਨੀਆ ਵਰਗਾ, ਕਿ ਐਗਰੋ ਇੰਡਸਟਰੀ ਦਾ ਮਾਡਲ, ਉਹਦੇ 'ਚ ਕਿਵੇਂ ਵੈਲਿਊ ਐਡ ਕਰਨੀ ਹੈ। ਔਰ ਦੂਸਰਾ ਤੁਸੀਂ ਆਪਣੇ ਯੂਨੀਵਰਸਿਟੀਆਂ, ਕਾਲਜ, ਹਾਈ ਲੈਵਲ ਦੇ ਯੂਨੀਵਰਸਿਟੀ ਕਾਲਜ ਬਣਾਓ, ਤਾਂ ਕਿ ਇੱਕ ਤਰ੍ਹਾਂ ਨਾਲ ਸਿਲੀਕਨ ਵੈਲੀ ਬਣਾਓ ਤੁਸੀਂ ਪੰਜਾਬ 'ਚ। ਸਾਡੇ ਬਾਹਰ ਜਿਹੜੇ ਬੰਦੇ ਬੈਠੇ ਹੈ ਉਹ ਇਹਦੇ 'ਚ ਸ਼ਰੀਕ ਹੋਣਗੇ, ਇਹਦੇ 'ਚ ਆ ਕੇ ਹਿੱਸਾ ਦੇਣਗੇ। ਲੇਕਿਨ ਅਸੀਂ ਇਹ ਜਿਹੀਆਂ ਯੂਨੀਵਰਸਿਟੀਆਂ, ਇਹ ਜਿਹੇ ਕਾਲਜ, ਇਹ ਜਿਹੀ ਐਜੂਕੇਸ਼ਨ ਤਾਂ ਪਹਿਲਾਂ ਕ੍ਰੀਏਟ ਕਰ ਸਕੀਏ। ਮਦਦ ਵੀ ਬਾਹਰਲੇ ਲੋਕਾਂ ਦੀ ਤਾਂ ਹੀ ਮੰਗੀ। ਅੱਛਾ ਬਾਹਰ ਚਲੇ ਜਾਂਦੇ ਲੋਕ ਇਲੈਕਸ਼ਨ ਦੇ ਟਾਈਮ ਚੰਦਾ ਇਕੱਠਾ ਕਰਨ,
ਹੁਣ ਇਹ ਚੰਦਾ ਜੀ। ਇਕੱਠਾ ਕਰਨ ਥੋੜੀ ਪੰਜਾਬ ਨੂੰ ਚਾਹੀਦੀ ਹੈ ਇਨਵੈਸਟਮੈਂਟ, ਪੰਜਾਬ ਨੂੰ ਚਾਹੀਦੀ ਹੈ ਲੋਕ ਪੰਜਾਬੀ ਜਿਹੜੇ ਹਾਈਲੀ ਐਜੂਕੇਟਿਡ ਨੇ ਉਹ ਤਾਂ ਹੀ ਆਣਗੇ ਜੇ ਅਸੀਂ ਇੱਥੇ ਕੰਡੀਸ਼ਨਸ ਕ੍ਰੀਏਟ ਕਰਾਂਗੇ ਜਿਹਦੇ 'ਚ ਆ ਕੇ ਉਹ ਰਹਿ ਸਕਣ, ਉਹ ਨੌਕਰੀਆਂ ਕਰ ਸਕਣ, ਕੰਟਰੀਬਿਊਟ ਕਰ ਸਕਣ। ਬਿਲਕੁਲ ਠੀਕ। ਤੇ ਬਾਦਲ ਸਾਹਿਬ ਜਦੋਂ ਗਏ ਜੀ ਫਿਰ ਉਹਨਾਂ ਵੀ ਕੋਈ ਉੱਥੋਂ ਪ੍ਰੋਜੈਕਟ ਕੋਈ ਲਿਆਂਦਾ ਜਾਂ ਕਿੱਦਾਂ ਜੀ? ਤੁਸੀਂ ਦੱਸ ਰਹੇ ਸੀ ਕੋਈ ਗੱਲ। ਦੇਖੋ ਬਾਦਲ ਸਾਹਿਬ ਤਾਂ ਆਪਣੇ ਉੱਤੇ 2-3 ਦਿਨ ਰਹੇ, ਆਪਣਾ ਦੇਖ ਦੂਖ ਕੇ ਚਲੇ ਗਏ, ਲੇਕਿਨ ਦੇਖੋ ਕੈਪਟਨ ਸਾਹਿਬ ਜਾਂਦੇ ਰਹੇ ਆ ਉੱਥੇ। ਸੋ ਇਹ ਇਹਨਾਂ ਨੂੰ ਇਹ ਨਹੀਂ ਹੈ ਕਿ ਦੱਸ ਨਹੀਂ, ਜਿਵੇਂ ਤੁਹਾਨੂੰ ਦੱਸਿਆ ਮੈਂ ਜਾ ਕੇ ਜਦ ਕਿਹਾ ਜੀ ਤੁਸੀਂ ਮਾਡਲ ਤਾਂ ਬਣਾਓ, ਕੋਈ ਮਾਡਲ ਬਣਾਓਗੇ ਉੱਥੇ ਆਪਣੇ ਐਂਬੈਸਡਰ ਕੋਲ ਭੇਜਦੇ ਆ, ਐਂਬੈਸਡਰ ਉੱਥੋਂ ਦੀ ਸਰਕਾਰ ਨਾਲ ਗੱਲ ਕਰੇਗਾ। ਤਾਂ ਇਹ ਇਕੱਲਾ ਮੈਂ ਤਾਂ ਨਹੀਂ ਹੈ ਨਾ, ਹੋਰ ਵੀ ਬੰਦੇ ਹੈਗੇ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਦੱਸਿਆ ਹੋਣਾ ਹੈ। ਤਾਂ ਇਸ ਕਰਕੇ ਜਦ ਤਾਈਂ ਤੁਸੀਂ ਥੋੜੀ ਦੂਰ ਅੰਦੇਸ਼ੀ ਨਹੀਂ ਦਿਖਾਓਗੇ, ਤੁਸੀਂ ਇਹ ਨਹੀਂ ਕਿ ਹੁਣ ਜਦ ਚਲੋ ਰਾਜ ਆ ਗਿਆ ਹੁਣ ਹੱਥੇ ਹੱਥ ਰੱਖ ਕੇ ਬੈਠ ਜਾਓ, ਹੁਣ ਇਹਨੂੰ ਚਲਾਈ ਚੱਲੋ। ਉਹੀ ਜਿਹੜੇ ਪੁਲਸੀਏ ਥੋੜੇ ਬਾਏਂ ਦਾਏਂ ਕਰਤੇ, ਥੋੜੇ ਆਈਏਐਸ ਦੇ ਬਾਏਂ ਦਾਏਂ ਕਰਤੇ। ਤਾਂ ਇਸ ਕਰਕੇ ਸਟੇਟਸ ਕੋ ਨਹੀਂ ਚੱਲਣ ਵਾਲਾ। ਔਰ ਸਾਰਿਆਂ ਤੋਂ ਜਿਹੜੀ ਗੱਲ ਹੈ ਜਿਹਦੇ 'ਚ ਮੈਨੂੰ ਬਾਦਲ ਸਰਕਾਰ ਨਾਲ ਤਕਲੀਫ ਹੈ ਕਿ ਜਿਹੜੇ ਬੰਦੇ ਸਰਕਾਰ 'ਚ ਹੋਣ, ਦੇਖੋ ਪੰਜਾਬ 'ਚ ਖੇਤਰੀ ਪਾਰਟੀ ਨਹੀਂ ਹੈ। ਆਮ ਆਦਮੀ ਪਾਰਟੀ ਦਾ ਰਿਮੋਟ ਕੰਟਰੋਲ ਕੇਜਰੀਵਾਲ ਕੋਲ ਹੈ ਦਿੱਲੀ, ਕਾਂਗਰਸ ਦਾ ਰਿਮੋਟ ਕੰਟਰੋਲ ਦਿੱਲੀ ਹੈ। ਤੁਹਾਨੂੰ ਪਤਾ ਕਿ ਕੈਪਟਨ ਸਾਹਿਬ ਦੀ ਸ਼ਖਸੀਅਤ ਵਰਗਾ ਬੰਦਾ 2 ਵਾਰ ਉਹਦੀ ਪੇਸ਼ੀ ਹੋਈ ਹੈ ਦਿੱਲੀ ਜਾ ਕੇ। ਔਰ ਬਾਦਲ ਜਿਹੜਾ ਇਸ ਵੇਲੇ ਅਕਾਲੀ ਦਲ ਹੈ ਉਹ ਬਾਦਲ ਦਲ ਹੈ, ਉਹ ਅਕਾਲੀ ਪਾਰਟੀ ਨਹੀਂ ਹੈ। ਤੇ ਉਹਦੇ ਵਿੱਚ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਬਿਜ਼ਨਸ 'ਚ ਬੜਾ ਇੰਟਰਸਟ ਰੱਖਦੇ ਆ, ਹੋਟਲ ਖੋਲ੍ਹਣ 'ਚ, ਬੱਸਾਂ ਚਲਾਉਣ 'ਚ। ਬਿਜ਼ਨਸਮੈਨ ਇੱਕ ਕਿਵੇਂ ਆ ਸਕਦਾ ਚੀਫ ਮਿਨਿਸਟਰ ਜਾਂ ਡਿਪਟੀ ਚੀਫ ਮਿਨਿਸਟਰ? ਤੁਸੀਂ ਤਾਂ ਕੈਨੇਡਾ ਹੋ, ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਕੀ ਹੁੰਦਾ। ਚਲੋ ਟਰੰਪ ਨੂੰ ਛੱਡ ਦਿਓ, ਉਦੋਂ ਪਹਿਲਾਂ ਜਿਹੜਾ ਵੀ ਰਾਸ਼ਟਰਪਤੀ ਆਉਂਦਾ ਸੀ ਉਹ ਆਪਣੇ ਜੇ ਉਹਦੇ ਕਿਤੇ ਸ਼ੇਅਰ ਵੀ ਹੁੰਦੇ ਆ ਉਹਨਾਂ ਨੂੰ ਉਹ ਬਲਾਈਂਡ ਟਰਸਟ 'ਚ ਪਾ ਦਿੰਦਾ, ਅੰਨੇ ਟਰਸਟ 'ਚ। ਉਹਨੂੰ ਇਹ ਨਹੀਂ ਪਤਾ ਹੁੰਦਾ ਉਹਦਾ ਪੈਸਾ ਕਿਹੜੀ ਕੰਪਨੀ 'ਚ ਇਨਵੈਸਟ ਹੋ ਰਿਹਾ, ਤਾਂ ਕਿ ਜਦ ਉਹ ਕੋਈ ਫੈਸਲਾ ਲੈਂਦਾ ਉਹ ਇਹ ਸੋਚ ਕੇ ਨਾ ਲਏ ਕਿ ਮੈਨੂੰ ਫਾਇਦਾ ਨੁਕਸਾਨ ਹੈ। ਲੇਕਿਨ ਜੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲ ਰਹੀਆਂ ਨਾਲ ਤੁਹਾਡੀਆਂ ਬੱਸਾਂ ਚੱਲ ਰਹੀਆਂ, ਤਾਂ ਇਹ ਤਾਂ ਕੋਈ ਤੁਸੀਂ ਬਿਜ਼ਨਸ ਤੇ ਤਜਾਰਤ ਤੇ ਹਕੂਮਤ ਇਕੱਠੀ ਨਹੀਂ ਚਲਾ ਸਕਦੇ। ਫਿਰ ਸਟੇਟ ਦਾ ਨੁਕਸਾਨ ਹੋਊਗਾ, ਤੁਸੀਂ ਪਹਿਲਾਂ ਆਪਣੀ ਤਜਾਰਤ ਸੋਚੋਗੇ। ਸੋ ਇਸ ਕਰਕੇ ਬਾਦਲ ਦਲ ਨੂੰ ਸੋਚ ਲੈਣਾ ਚਾਹੀਦਾ। ਜੇ ਸਾਥ ਸੁਖਬੀਰ ਸਿੰਘ ਹੋਣਾ ਨੇ ਬਿਜ਼ਨਸ ਕਰਨੀ ਹੈ ਫਿਰ ਬਿਜ਼ਨਸ ਕਰਨ, ਫਿਰ ਲੋਕਾਂ ਦਾ ਬੇਵਕੂਫ ਨਾ ਬਣਾਉਣ, ਸਰਕਾਰ 'ਚ ਆ ਕੇ ਬਿਜ਼ਨਸ ਵਧਾਉਣ ਦਾ ਤਰੀਕਾ ਨਾ ਲੱਭਣ। ਇਹਦੇ ਨਾਲ ਪੰਜਾਬ ਅੱਗੇ ਨਹੀਂ ਵੱਧ ਸਕਦਾ। ਤਾਂ ਇਸ ਕਰਕੇ ਸਰਕਾਰ ਖੇਤਰੀ ਦਲ ਬਣੇ, ਐਸਾ ਦਲ ਬਣੇ ਜਿਹੜਾ ਇੱਕ ਫੈਮਿਲੀ ਦੇ ਕੰਟਰੋਲ 'ਚ ਨਹੀਂ ਹੈ, ਜਿਹਦਾ ਰਿਮੋਟ ਕੰਟਰੋਲ ਪੰਜਾਬ ਦੇ ਬਾਹਰ ਨਹੀਂ ਹੈ, ਦਿੱਲੀ 'ਚ ਨਹੀਂ ਹੈ। ਉਹ ਖੇਤਰੀ ਦਲ ਜਿਵੇਂ ਹੁਣ ਮਮਤਾ ਨੇ ਦਿਖਾਇਆ ਨਾ, ਦੰਦ ਖੱਟੇ ਕੀਤੇ ਉਹਨੇ ਬੀਜੇਪੀ ਦੇ ਉੱਥੇ ਵੈਸਟ ਬੰਗਾਲ 'ਚ, ਕਿਉਂਕਿ ਉਹ ਖੁਦ ਮੁਖਤਿਆਰ ਹੈ, ਉਹਦਾ ਪੂਰਾ ਚਾਰਜ ਹੈ ਆਪਣੀ ਪਾਰਟੀ ਤੇ, ਉਹ ਸ਼ੇਰਨੀ ਦੀ ਤਰ੍ਹਾਂ ਲੜਦੀ ਹੈ ਆਪਣੀ ਸਟੇਟ ਲਈ। ਤੇ ਪੰਜਾਬ ਲਈ ਕੌਣ ਲੜੂਗਾ ਜੇ ਤੁਸੀਂ ਆਪਣੀਆਂ ਬਿਜ਼ਨਸਾਂ ਚਲਾਉਣੀਆਂ ਹੈ, ਜਾਂ ਤੁਸੀਂ ਸਿਰਫ ਆਪਣੇ ਵੱਡਾ ਪੈਲੇਸ ਇੱਕ ਬਣਾ ਕੇ ਫਾਰਮ ਹਾਊਸ ਉੱਥੇ ਆਰਾਮ ਕਰਨਾ ਹੈ? ਫਿਰ ਪੰਜਾਬ ਦੀ ਤਾਂ ਸੋਚ ਨਹੀਂ ਹੈ ਨਾ। ਤਾਂ ਇਸ ਕਰਕੇ ਜਿਹੜੀ ਗੱਲਬਾਤ ਹੁਣ ਲੋਕਾਂ ਨਾਲ ਮੈਂ ਕਹਿ ਰਿਹਾ, ਇੱਕ ਮੰਚ ਬਣਾ ਕੇ ਲੋਕਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਕਹੀਏ ਜੇ ਤੁਹਾਨੂੰ ਇਹ ਗੱਲ ਪਸੰਦ ਹੈ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ, ਤੁਸੀਂ ਚਾਹੁੰਦੇ ਹੋ ਨਵੇਂ ਚਿਹਰੇ ਆਉਣ, ਫਿਰ ਹੱਥ ਖੜੇ ਕਰੋ। ਨਹੀਂ ਤਾਂ ਇਹ ਤਾਂ ਘੁੰਮ ਫਿਰ ਕੇ, ਹੁਣ ਕੱਲ ਅਸੀਂ ਦੇਖਿਆ ਡਰਾਮਾ ਕੀ ਹੋਇਆ, ਸਿੱਧੂ ਸਾਹਿਬ ਨੇ ਨਵਾਂ ਅਹੁਦਾ ਆਪਣਾ ਇਖਤਿਆਰ ਕਰ ਲਿਆ, ਕੈਪਟਨ ਸਾਹਿਬ ਨੂੰ ਇੱਕ ਤਰ੍ਹਾਂ ਨਾਲ ਪਿੱਛੇ ਕਰ ਦਿੱਤਾ। ਹੁਣ ਇਹ ਤਾਂ ਕਾਂਗਰਸ ਦੀ ਅੰਦਰੂਨੀ ਲੜਾਈ ਹੈ, ਇਹਦਾ ਪੰਜਾਬ ਨੂੰ ਕੀ ਫਾਇਦਾ ਹੋਵੇਗਾ? ਜੇ ਉਹਨਾਂ ਦੇ ਬਾਕੀ ਐਮਐਲਏ ਉਹੀ ਰਹਿਣਗੇ, ਉਹੀ ਬੰਦੇ ਰਹਿਣਗੇ, ਉਹੀ ਪਾਰਟੀ ਰਹੂਗੀ, ਉਹਨੂੰ ਕਿੰਨਾ ਕੁ ਬਦਲ ਲਓਗੇ ਤੁਸੀਂ? ਉਹਦੇ ਚੱਲਣ ਦਾ ਤਰੀਕਾ ਕਿੰਨਾ ਬਦਲ ਲਓਗੇ? ਜੇ ਉਹੀ ਤੁਸੀਂ ਕਹੋਗੇ ਜੀ ਮੇਰਾ ਤਾਂ ਜਿਹੜਾ ਕੰਟਰੋਲਰ ਹੈ ਉਹ ਦਿੱਲੀ 'ਚ ਹੈ, ਮੈਂ ਕੈਪਟਨ ਸਾਹਿਬ ਦੇ ਅਧੀਨ ਨਹੀਂ ਹੈ, ਮੈਂ ਦਿੱਲੀ ਵਾਲਿਆਂ ਦੇ ਅਧੀਨ ਹੈ, ਫਿਰ ਗੱਲ ਤਾਂ ਉੱਥੇ ਹੀ ਆਉਂਦੀ ਹੈ ਵਾਪਸ। ਤਾਂ ਇਸ ਕਰਕੇ ਇੱਕ ਖੇਤਰੀ ਪਾਰਟੀ, ਪੰਜਾਬ ਦੀ ਖੇਤਰੀ ਪਾਰਟੀ ਬਣਾਉਣ ਦੀ ਜ਼ਰੂਰਤ ਹੈ। ਮੈਂ ਇਸੇ ਗੱਲ ਤੇ ਆਉਣ ਲੱਗਿਆ ਸੀ ਕਿ ਜਿੱਦਾਂ ਹੁਣ ਇਹ ਤੁਸੀਂ ਇੱਕ ਸਾਂਝਾ ਮੰਚ ਬਣਾਉਣ ਦੀ ਗੱਲ ਕਰ ਰਹੇ ਹੋ ਕਿ ਵੀ ਆਪਾਂ ਉਹ ਲੋਕ ਜਿਹੜੇ ਪੰਜਾਬ ਦੀ ਭਲਾਈ ਚਾਹੁਣ, ਜਿਹੜੇ ਪੰਜਾਬ ਦਾ ਸੋਚਣ, ਆਪਾਂ ਉਹਨਾਂ ਬੰਦਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਤੇ ਇਸ ਮੰਚ ਨੂੰ ਜੇ ਕੱਲ੍ਹ ਨੂੰ ਪੋਲੀਟੀਕਲ ਪਾਰਟੀ 'ਚ ਤਬਦੀਲ ਕਰਨਾ ਪੈਂਦਾ ਤੇ ਆਪਾਂ ਕਰ ਲਾਂਗੇ। ਪਰ ਇੱਕ ਬੜੀ ਵਾਰ ਮੈਂ ਡਿਸਕਸ ਕਰਦਾ ਹੁੰਦਾ ਜੀ ਇਹ ਮੁੱਦਾ ਮਸਲਾ, ਐਂਡ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਜਾਂ ਰਾਜਨੀਤੀ ਵਾਲਾ ਬਿਜ਼ਨਸ ਹੈ ਇਸ ਵਕਤ ਪੰਜਾਬ ਦੇ ਵਿੱਚ ਆ, ਜੀਵਨ ਪੂਰੇ ਦੇਸ਼ ਦੇ ਵਿੱਚ ਹੈ, ਉਹਦੇ 'ਚ ਇੱਕ ਆਮ ਸਧਾਰਨ ਬੰਦਾ ਜਿਹਦੇ ਕੋਲੇ ਪੈਸੇ ਦੀ ਤਾਕਤ ਨਹੀਂ ਹੈਗੀ, ਉਹਦੀ ਤਾਂ ਐਂਟਰੀ ਨਹੀਂ ਹੈਗੀ। ਫਿਰ ਤੁਸੀਂ ਕਿਹੜਾ ਕੋਈ ਨਵਾਂ ਢੰਗ ਤਰੀਕਾ ਅਪਣਾਉਣ ਜਾ ਰਹੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਾ ਪੈਸੇ ਵਾਲੇ ਅਮੀਰ ਤਰੀਨ ਲੋਕਾਂ ਨਾਲ ਲੜ ਕੇ ਤੇ ਜਿਹੜੀ ਇੱਕ ਸਾਫ਼ ਸਪਸ਼ਟ ਤੇ ਸਹੀ ਰਾਜਨੀਤੀ ਆ ਉਹ ਕਰ ਸਕੋਗੇ ਜੀ? ਦੇਖੋ, ਅੰਗਰੇਜ਼ੀ ਦਾ ਇੱਕ ਵਰਡ ਹੈਗਾ ਇਨਫਲੈਕਸ਼ਨ ਪੁਆਇੰਟ। ਇੱਕ ਮੋੜ ਦਾ ਸਮੇਂ ਆਉਂਦਾ ਹੈ, ਹਰੇਕ ਸਟੇਟ 'ਚ ਆ ਜਾਏ, ਦੇਸ਼ ਲਈ ਆ ਜਾਏ, ਦੁਨੀਆ 'ਚ ਆ ਜਾਏ। ਉਹ ਇਨਫਲੈਕਸ਼ਨ ਪੁਆਇੰਟ ਇਸ ਲਈ ਆ ਗਏ, 2-3 ਚੀਜ਼ਾਂ ਹੋਈਆਂ। ਇੱਕ ਤਾਂ ਕਿਉਂਕਿ ਮਹਾਮਾਰੀ ਹੈ, ਐਪੀਡੈਮਿਕ, ਇਸ ਕਰਕੇ ਜਿਹੜਿਆਂ ਕੋਲ ਪੈਸੇ ਜ਼ਿਆਦਾ ਨੇ ਪਾਰਟੀਆਂ ਕੋਲ,
ਉਹ ਇਸ ਵੇਲੇ ਇਸਤੇਮਾਲ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਵੱਡੇ ਇਕੱਠ ਨਹੀਂ ਕਰ ਸਕਦੇ। ਤੁਸੀਂ ਲੱਖ 2 ਲੱਖ ਬੰਦਾ ਨਾ ਤਾਂ ਇਕੱਠਾ ਕਰਨਾ ਚਾਹੀਦਾ ਤੁਹਾਨੂੰ, ਨਾ ਤੁਸੀਂ ਕਰ ਸਕਦੇ ਹੋ। ਤੀਜੀ ਲਹਿਰ ਹੋ ਸਕਦਾ ਹੈ ਨਹੀਂ ਚਾਹੁੰਦੇ, ਪਰ ਹੋ ਸਕਦਾ ਕਿਤੇ ਆ ਨਾ ਜਾਵੇ ਪੰਜਾਬ ਦੀ ਇਲੈਕਸ਼ਨ ਤੋਂ ਪਹਿਲਾਂ ਇਹਦੀ ਕੋਵਿਡ ਦੀ। ਤਾਂ ਇਸ ਕਰਕੇ ਲੋਕ ਇਕੱਠੇ ਨਹੀਂ ਹੁੰਦੇ ਬਹੁਤੇ ਉਹਦੇ 'ਚ। ਦੂਜਾ ਇਹ ਹੈਗਾ ਕਿ ਲੋਕਾਂ ਦੇ ਹਰੇਕ ਕੋਲ ਇਸ ਵੇਲੇ ਟੈਲੀਫੋਨ ਹੈ, ਹਰੇਕ ਬੰਦਾ ਟੈਲੀਫੋਨ ਤੇ ਦੇਖਦਾ ਕੀ ਹੋ ਰਿਹਾ। ਉਹਦਾ ਨੁਕਸਾਨ ਵੀ ਹੈ, ਕਿਉਂਕਿ ਉਹਦੇ 'ਚ ਗਲਤ ਪ੍ਰੋਪੇਗੰਡਾ ਵੀ ਚਲਿਆ ਜਾਂਦਾ, ਗਲਤ ਖਬਰ ਹੋਵੇ ਉਹ ਵੀ ਫੈਲ ਜਾਂਦੀ ਹੈ। ਲੇਕਿਨ ਉਹਦਾ ਫਾਇਦਾ ਇਹ ਹੈ ਕਿ ਤੁਸੀਂ ਥੋੜ੍ਹਾ ਖਰਚਾ ਕਰਕੇ ਆਪਣਾ ਜਿਹੜਾ ਸੰਦੇਸ਼ ਹੈ, ਮੈਸੇਜ ਹੈ, ਉਹ ਤੁਸੀਂ ਜਲਦੀ ਸਪਰੈਡ ਕਰ ਸਕਦੇ ਹੋ। ਤੀਜਾ ਹੈਗਾ ਕਿ ਕਿਸਾਨ ਦਿੱਲੀ ਦੀ ਸਰਹੱਦ ਤੇ ਬੈਠੇ ਨੇ, ਉਹ ਕਿਸਾਨ ਕੀ ਸਲਾਹ ਕਰਦੇ ਨੇ, ਉਹ ਆਪਣੀ ਪਾਰਟੀ ਤਾਂ ਮੇਰੇ ਖਿਆਲ ਨਹੀਂ ਬਣਾਉਣਗੇ, ਲੇਕਿਨ ਉਹ ਵੀ ਦੇਖ ਰਹੇ ਆ, ਉਹ ਦਿੱਲੀ ਦੀ ਸਰਹੱਦ ਤੋਂ ਬੈਠ ਕੇ ਦੇਖ ਰਹੇ ਆ ਪੰਜਾਬ 'ਚ ਕੀ ਹੋ ਰਿਹਾ, ਪੰਜਾਬ 'ਚੋਂ ਆਉਂਦੇ ਜਾਂਦੇ ਨੇ। ਜੇ ਉਹ ਦੇਖਣਗੇ ਕੋਈ ਨਵੀਂ ਐਸੀ ਲਹਿਰ ਉੱਠ ਰਹੀ ਹੈ, ਕੋਈ ਨਵਾਂ ਐਸਾ ਗਰੁੱਪ ਉੱਠ ਰਿਹਾ, ਉਹਨਾਂ ਨੂੰ ਵੀ ਤੈਅ ਕਰਨਾ ਪਏਗਾ। ਹੁਣ ਨਹੀਂ, ਅਕਤੂਬਰ 'ਚ, ਨਵੰਬਰ 'ਚ, ਭਾਵੇਂ ਜੋ ਮਰਜ਼ੀ ਕਹੀ ਜਾਣ। ਹੁਣ ਦੇਖੋ ਉਹਦੇ 'ਚ ਫਾਇਦਾ ਹੋਇਆ ਕੀ ਹੈ ਕਿ ਯੂਪੀ ਦੇ ਵਿੱਚ ਆਲਰੇਡੀ, ਕਿਉਂਕਿ ਰਾਸ਼ਟਰ ਲੋਕ ਦਲ ਹੈ, ਚੌਧਰੀ ਅਜੀਤ ਸਿੰਘ ਮਰ ਗਏ, ਲੇਕਿਨ ਉਹਨਾਂ ਦਾ ਬੇਟਾ ਜਯੰਤ ਹੈਗਾ, ਤਕੇਤ ਸਾਹਿਬ ਇਹ ਕਹਿੰਦੇ ਆ ਮੈਂ ਪਾਰਟੀ ਨਹੀਂ ਬਣਾਣੀ। ਤਾਂ ਇਸ ਲਈ ਜਾਟਾਂ ਦੀ ਪਾਰਟੀ ਯੂਪੀ ਦੇ ਵਿੱਚ ਆਲਰੇਡੀ ਹੈ, ਰਾਸ਼ਟਰ ਲੋਕ ਦਲ ਹੈ, ਉਹ ਸਮਾਜਵਾਦੀ ਪਾਰਟੀ ਨਾਲ ਗੱਲ ਕਰ ਰਹੀ ਹੈ। ਯੂਪੀ 'ਚ ਉਹ ਸੈੱਟ ਨੇ। ਹਰਿਆਣੇ ਦੇ ਵਿੱਚ ਵੱਡੇ ਚੌਥਾਲਾ ਸਾਹਿਬ ਛੁੱਟ ਕੇ ਬਾਹਰ ਆ ਗਏ, ਉਹਨਾਂ ਦਾ ਪੋਤਾ ਸਰਕਾਰ 'ਚ ਵੜਿਆ ਹੋਇਆ ਹੈ। ਸੋ ਹਰਿਆਣੇ 'ਚ ਹਲੇ ਅਲਪ-ਥਲ ਹੈ। ਲੇਕਿਨ ਪੰਜਾਬ ਦੇ ਵਿੱਚ ਇਸ ਉਲਟ ਪੁਲਟ ਇਹ ਜਿਹੜਾ ਹੋ ਰਿਹਾ ਹੈ, ਅਥਲ ਪਥਲ ਜਿਹੜਾ ਹੋ ਰਿਹਾ, ਇਹਦੇ ਵਿੱਚੋਂ ਇਸ ਵੇਲੇ ਅਸੀਂ ਤਬਦੀਲੀ ਲਿਆ ਸਕਦੇ ਹਾਂ, ਜਿਹੜੀ ਆਮ ਤੌਰ ਤੇ ਅਸੀਂ ਲਿਆ ਸਕਦੇ। 5 ਸਾਲ ਪਹਿਲਾਂ ਨਹੀਂ ਸੀ ਲਿਆ ਸਕਦੇ, 10 ਸਾਲ ਪਹਿਲਾਂ ਨਹੀਂ ਸੀ ਲਿਆ ਸਕਦੇ, ਹੋ ਸਕਦਾ ਹਲੇ ਵੀ ਨਾ ਲਿਆ ਸਕੀਏ, ਲੇਕਿਨ ਇੱਕ ਐਸਾ ਮੌਕਾ ਆ ਗਿਆ। ਦੇਖੋ ਅਮਰੀਕਾ 'ਚ ਵੀ ਟਰੰਪ ਕਿਸੇ ਤਰੀਕੇ ਨਾਲ ਇਲੈਕਸ਼ਨ ਨਹੀਂ ਸੀ ਹਾਰਦਾ, ਜਿਸ ਤਰੀਕਾ ਨਾਲ ਇੱਕ ਗੋਰਿਆਂ ਦਾ ਤਬਕਾ ਉਹਦੇ ਨਾਲ ਜੁੜਿਆ ਹੋਇਆ ਸੀ, ਭੜਕਾ ਕੇ ਉਹ ਇਲੈਕਸ਼ਨ ਨਹੀਂ ਸੀ ਹਾਰਦਾ ਜੇ ਐਪੀਡੈਮਿਕ ਨਾ ਆਉਂਦੀ, ਜੇ ਕੋਵਿਡ ਨਾ ਆਉਂਦੀ। ਇਹ ਕੋਵਿਡ ਨੇ ਪੂਰੀ ਦੁਨੀਆ ਦੇ ਵਿੱਚ ਤਬਦੀਲੀਆਂ ਲਿਆਣੀਆਂ। ਤਾਂ ਇਹਦੀ ਮੈਨੂੰ ਲੱਗਦਾ ਪੰਜਾਬ 'ਚ ਵੀ ਐਸਾ ਮੌਕਾ ਇਹ ਹੋ ਸਕਦਾ ਫਿਰ ਨਾ ਆਵੇ, 10 ਸਾਲ ਨਾ ਆਵੇ। ਪੰਜਾਬ 'ਚ 5 ਸਾਲ ਪਹਿਲਾਂ ਵੀ ਮੌਕਾ ਆਇਆ ਸੀ, ਉਹ ਆਪ ਨੇ ਖਰਾਬ ਕਰਤਾ। ਉਦੋਂ ਪੰਜਾਬੀ ਖੜੇ ਹੋ ਗਏ ਸੀਗੇ ਤਬਦੀਲੀ ਲਈ, ਲੇਕਿਨ ਆਪ ਨੇ ਵਿਸ਼ਵਾਸ ਘਾਟ ਕੀਤਾ ਪੰਜਾਬ ਦੇ ਨਾਲ। ਇਹਨਾਂ ਨੇ ਸ਼ੁਰੂ 'ਚ ਠੀਕ ਚੱਲੇ, ਫਿਰ ਦਿੱਲੀੋਂ ਚਲਾ ਕੇ ਜਿਵੇਂ ਟਿਕਟਾਂ ਵੰਡੀਆਂ, ਜਿਵੇਂ ਇਹਨਾਂ ਤੇ ਆਰੋਪ ਲੱਗਦੇ ਆ ਕਿ ਇਹਨਾਂ ਨੇ ਪੈਸੇ ਲੈ ਲੂ ਕੇ ਟਿਕਟਾਂ ਦਿੱਤੀਆਂ ਔਰ ਗਲਤ ਬੰਦਿਆਂ ਨਾਲ ਜੁੜੇ, ਉਹਦੇ ਨਾਲ ਇਹਨਾਂ ਨੇ ਨੁਕਸਾਨ ਕਰਾ ਕੇ ਜਿੱਥੇ ਇਹਨਾਂ ਨੂੰ ਉਮੀਦ ਸੀਗੀ। ਮੈਨੂੰ ਇੱਕ ਬੰਦਾ ਮਿਲਿਆ ਜਿਹੜਾ ਕਾਂਗਰਸ CM ਸਾਹਿਬ ਨੂੰ, ਪ੍ਰਸ਼ਾਂਤ ਕਿਸ਼ੋਰ, ਜਿਹੜਾ ਐਡਵਾਈਸ ਕਰ ਰਿਹਾ ਸੀ, ਜਿਹਦੀ ਐਡਵਾਈਸ ਤੇ ਕਾਂਗਰਸ ਲੜੀ ਹੈ ਪਿਛਲੀ ਇਲੈਕਸ਼ਨ, ਉਹਨਾਂ ਦੇ ਗਰੁੱਪ ਦਾ ਬੰਦਾ, ਇੱਕ ਨਵੇਂ ਗਰੁੱਪ ਬਣਿਆ ਜਿਨ੍ਹਾਂ ਨੂੰ ਇਸਤੇਮਾਲ ਕਰਾਂਗੇ, ਜਿਹੜੇ ਉਹਨਾਂ ਪੈਸਾ ਨਹੀਂ ਲੈਂਦੇ। ਉਹ ਦੱਸਿਆ ਸੀ, ਕਹਿੰਦਾ ਅਸੀਂ ਮੈਂ ਕਿਹਾ ਇਹ ਪ੍ਰਸ਼ਾਂਤ ਕਿਸ਼ੋਰ ਕਿਉਂ ਕਹਿੰਦੇ ਨੇ ਕਿ ਸਾਰਿਆਂ ਤੋਂ ਔਖੀ ਇਲੈਕਸ਼ਨ ਜਿਹੜੀ ਮੈਂ ਲੜਿਆ ਉਹ ਪੰਜਾਬ ਦੀ ਇਲੈਕਸ਼ਨ ਸੀ, ਵੈਸਟ ਬੰਗਾਲ ਦੀ ਇਲੈਕਸ਼ਨ ਨਹੀਂ ਸੀ। ਤੇ ਉਹ ਕਹਿੰਦਾ ਇਹ ਇਸ ਲਈ ਹੈ ਕਿਉਂਕਿ ਜਦ ਆ ਕੇ ਅਸੀਂ ਸ਼ੁਰੂ ਕੀਤੀ ਹੈ, ਪਹਿਲੀ ਸਰਵੇ ਜਿਹੜੀ ਅਸੀਂ ਪੰਜਾਬ 'ਚ ਕੀਤੀ ਹੈ ਇਲੈਕਸ਼ਨ ਤੋਂ 5-6 ਮਹੀਨੇ ਪਹਿਲਾਂ, ਉਸ ਵੇਲੇ ਆਪ ਦਾ 50% ਵੋਟ ਸ਼ੇਅਰ ਸੀਗਾ ਔਰ 100 ਸੀਟਾਂ ਆਪ ਨੂੰ ਆ ਰਹੀਆਂ ਸੀ। ਸੋ ਪਿਛਲੀ ਇਲੈਕਸ਼ਨ ਇਹ ਹੈ ਜਿਹੜੀ ਆਪ ਨੇ ਹਾਰੀ ਹੈ, ਉਹ ਆਪ ਦੀ ਜੇਬ 'ਚ ਗਿਰੀ ਹੋਈ ਇਲੈਕਸ਼ਨ ਸੀ, ਜਿਹੜੀ ਆਪ ਕਾਂਗਰਸ ਨਹੀਂ ਸੀ ਉਮੀਦ ਕਰ ਰਹੀ ਉਹਨਾਂ ਨੂੰ 80 ਸੀਟਾਂ ਆਉਣਗੀਆਂ। तो इस करके पंजाब तब्दीली लिया, पंजाब तब्दीली लिया सकता है। तो ये पंजाब इस वेले मेरी असैसमेंट ये है वो एक ऐसे मोड़ ते खड़ा है जिहड़ी वो तब्दीली देख रहा है। हो सकता तब्दीली ना आवे, हो सकता असीं ना कर सकीए, होर ग्रुप ना कर सकन, लेकिन पंजाब मंग कर रहा है। बिल्कुल ठीक। सरदार केसी सिंह जी, आखिरी 1 मिनट बचिया, मैं कोई गल पुछनी भुल गया होवां, तुसीं कोई दसनी चाहो तो जरूर साडे नाल सांझी करो जी। मैं यही कहांगा अपने, क्योंकि थोड़ी चैनल तो हिंदुस्तान भी देखते हैं, कैनेडा अमरीका बहुत देखते हैं कि साडे भरा जिहड़े उत्थे बेटे भरा बेटियां बैठे है, ये हिंदुस्तान च पंजाब च दिलचस्पी रखते हैं, बड़ी अच्छी गल है। लेकिन ये गुमराह ना होण, एवें पैसे ना भेजण लोगों नूं कि आ फलाने ने इलैक्शन लड़ रहा, तिमका लड़ रहा। कई तरह के बंदे इन्हां तो पैसे मंगने शुरू करते हैं इलैक्शनां तो पहलां। तुसीं पैसे अपने कोल रखो, पैसे जे पंजाब च यही जी सरकार आऊगी जिहड़ी तुसीं समझदे हो पंजाब दा भला चाहुंदी है, फिर तुसीं पंजाब च आके वही पैसे लगाओ, लेकिन लोगों दी जेबां च ना पाओ। जिन्हां ने इलैक्शन लड़नी है उन्होंने लड़न दो इत्थे। जी 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 जी। सरदार केसी सिंह जी, तुसीं समा कढ के आए जी, तुसीं अपने विचार बड़े बेबाकी नाल रखे जी, तुहाडा बड़ा धन्नवाद। बहुत बहुत मेहरबानी जी। उम्मीद रखते हैं अगे भी मौका देओगे, क्योंकि ये तो
ਤੁਸੀਂ ਤਾਂ ਸਾਧਨ ਹੋ ਲੋਕਾਂ ਤਾਈਂ ਆਵਾਜ਼ ਪਹੁੰਚਾਉਣ ਦਾ। ਨਹੀਂ, ਬਿਲਕੁਲ ਠੀਕ ਹੈ ਸਰ, ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ। ਹਾਂਜੀ, ਥੈਂਕ ਯੂ। ਇਹ ਸਨ ਜੀ ਸਰਦਾਰ ਕੇਸੀ ਸਿੰਘ, ਤੇ ਇਸ ਪ੍ਰੋਗਰਾਮ ਦੇ ਵਿੱਚੋਂ ਆਪ ਜੀ ਨੂੰ ਮੇਰਾ ਖਿਆਲ ਕਿ ਪੰਜਾਬ ਦੀ ਰਾਜਨੀਤੀ ਨਾਲ ਮਿਲਦਾ ਜੁਲਦਾ ਕਈ ਕੁਝ ਸਮਝਣ ਨੂੰ ਮਿਲਿਆ ਹੋਵੇਗਾ। ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਆਪਾਂ ਹੋਰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਏਗੀ ਤਿਵੇਂ ਤਿਵੇਂ ਹੋਰਨਾਂ ਲੋਕਾਂ ਨਾਲ ਵੀ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਵਿੱਚ ਇਸ ਵਕਤ ਰਾਜਨੀਤੀ ਦਾ ਬੁਖਾਰ ਕੀ ਕਹਿੰਦਾ, ਤੇ ਇਹ ਬੁਖਾਰ ਪੰਜਾਬ ਦਾ ਕੋਈ ਭਲਾ ਕਰੇਗਾ ਜਾਂ ਫਿਰ ਨੁਕਸਾਨ ਕਰੇਗਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।